ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਪਰਮ ਪ੍ਰੀਤਵਾਨ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਅੰਤਰਯਾਮੀ ਪਰਮੇਸ਼ਰ ਦਾ ਸਾਖਸ਼ਾਤ ਸਰੂਪ ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਏਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਨੇ ਆਪ ਦਇਆ ਕਰਕੇ ਮਿਹਰ ਕਰਕੇ ਆਪਾਂ ਸਭਨਾਂ ਨੂੰ ਬੈਠਣ ਦਾ ਸੁਭਾਗ ਬਖਸ਼ਿਆ ਹੈ। ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਸੰਧਿਆ ਦੇ ਸਜੇ ਹੋਏ ਦੀਵਾਨ ਵਿੱਚ ਰਲ ਮਿਲ ਕੇ ਹਾਜ਼ਰੀਆਂ ਭਰ ਰਹੇ ਹਾਂ। ਸਜੇ ਹੋਏ ਦੀਵਾਨਾਂ ਦੌਰਾਨ ਗੁਰੂ ਕੇ ਕੀਰਤਨੀਏ ਸਿੰਘਾਂ ਪਾਸੋਂ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਕੇ ਆਪ ਸੰਗਤਾਂ ਨੇ ਆਨੰਦ ਮਾਣਿਆ। ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੋਦਰ ਰਹਿਰਾਸ ਸਾਹਿਬ ਬਾਣੀ ਦਾ ਪਾਠ ਗੁਰੂ ਕੇ ਗ੍ਰੰਥੀ ਸਿੰਘਾਂ ਰਾਹੀਂ ਸੰਗਤਾਂ ਨੇ ਸਰਵਣ ਕੀਤਾ ਹੈ, ਲਾਹਾ ਪ੍ਰਾਪਤ ਕੀਤਾ ਹੈ। ਹੁਣ ਸਤਿਗੁਰਾਂ ਦੇ ਪਵਿੱਤਰ ਸਥਾਨਾਂ ਦੇ ਉੱਤੇ ਜੋ ਲੜੀਵਾਰ ਗੁਰ ਇਤਿਹਾਸ ਦੀ ਕਥਾ ਨਿੱਤਾ ਪ੍ਰਤੀ ਆਪਾਂ ਸਰਵਣ ਕਰਦੇ ਹਾਂ। ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਰਚਿਤ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਆਪਾਂ ਆਖਰੀ ਭਾਗ ਦੀ ਛੇਕੜਲੇ ਭਾਗ ਦੀ ਕਥਾ ਦੂਜੇ ਐਨ ਦੀ ਕਥਾ ਜਿਹੜੀ ਹੈ ਉਹ ਸਰਵਣ ਕਰਦੇ ਆ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ। ਔਰ ਸਤਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਜੀ ਸ਼੍ਰੀ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਬਿਰਾਜਮਾਨ ਹਨ। ਇੱਥੋਂ ਸਤਿਗੁਰੂ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪੰਜਾਬ ਵੱਲ ਸਾਹਿਬਜ਼ਾਦਿਆਂ ਔਰ ਪੀਰ ਬੁੱਧੂ ਸ਼ਾਹ ਜੀ ਦੇ ਜਿਹੜੇ ਕਾਤਲ ਲੋਕ ਸਨ, ਗੁਰੂ ਘਰ ਦੇ ਦੋਖੀ ਲੋਕ ਸਨ, ਉਹਨਾਂ ਨੂੰ ਸਜ਼ਾਵਾਂ ਦੇਣ ਦੇ ਲਈ, ਉਹਨਾਂ ਦੀ ਕਰਨੀ ਦਾ ਫਲ ਭੁਗਤਾਉਣ ਦੇ ਲਈ ਭੇਜਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਜਾ ਕੇ ਥਾਂ ਥਾਂ ਦੇ ਉੱਤੇ ਦੁਸ਼ਟਾਂ ਜ਼ਾਲਮਾਂ ਨੂੰ ਸੋਧਿਆ ਹੈ। ਇੱਧਰ ਬਹਾਦਰ ਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ, ਮਹਾਰਾਜ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ, ਆਪ ਜੀ ਕਿਰਪਾ ਕਰੋ, ਗੁਰੂ ਘਰ ਦੇ ਜਿੰਨੇ ਦੋਖੀ ਹਨ ਉਹਨਾਂ ਦਾ ਸੋਧਾ ਲੱਗ ਚੁੱਕਾ ਹੈ, ਆਪ ਜੀ ਵੱਲੋਂ ਭੇਜੇ ਖਾਲਸੇ ਨੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦੇ ਦਿੱਤੀਆਂ ਹਨ, ਆਪ ਜੀ ਕਿਰਪਾ ਕਰਕੇ ਹੁਣ ਉਸ ਨੂੰ ਰੋਕ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਖਿਆ, ਕਹਿਣ ਲੱਗੇ ਭਾਈ ਇਹ ਕਾਰਜ ਅਸੀਂ ਤੇਰੇ ਤੋਂ ਕਰਵਾਉਣਾ ਚਾਹੁੰਦੇ ਸੀ, ਪਰ ਤੂੰ ਆਪਣੇ ਕੀਤੇ ਹੋਏ ਕੌਲ ਤੋਂ ਕੀਤੇ ਹੋਏ ਇਕਰਾਰ ਤੋਂ ਮੁੱਕਰ ਗਿਆ। ਸਾਡੇ ਚਰਨਾਂ ਵਿੱਚ ਬੇਨਤੀ ਕਰਕੇ ਤੂੰ ਪਾਤਸ਼ਾਹੀ ਤਾਂ ਲੈ ਲਈ, ਪਰ ਅਸੀਂ ਮੁਗਲ ਰਾਜ ਦੀਆਂ ਜੜ੍ਹਾਂ ਪੁੱਟਣ ਦੇ ਬਚਨ ਪਹਿਲਾਂ 2-3 ਦਫਾ ਕਰ ਚੁੱਕੇ ਸੀ, ਪਰ ਤੂੰ ਸ਼ਰਨ ਆਇਆ। ਤੇਰੀ ਸ਼ਰਨ ਆਏ ਦੀ ਲੱਜਾ ਰੱਖਦਿਆਂ ਨੇ ਤੇਰੇ ਭਰਾ ਤਾਰਾ ਆਜ਼ਮ ਨੂੰ ਮਾਰ ਕੇ ਮੈਦਾਨੇ ਜੰਗ ਵਿੱਚ ਤੈਨੂੰ ਆ ਪਾਤਸ਼ਾਹੀ ਬਖਸ਼ੀ ਸੀ, ਪਰ ਚਲੋ ਇਹ ਵਡਿਆਈ ਅਸੀਂ ਤੈਨੂੰ ਦੇਣਾ ਚਾਹੁੰਦੇ ਸੀ, ਤੇਰੇ ਕਰਮਾਂ ਵਿੱਚ ਨਹੀਂ ਸੀ, ਇਹ ਖਾਲਸੇ ਨੂੰ ਵਡਿਆਈ ਮਿਲੀ ਹੈ। ਉਸ ਵੇਲੇ ਇਹ ਬੜਾ ਸ਼ਰਮਿੰਦਾ ਹੋਇਆ ਤੇ ਆਖਿਆ ਮਹਾਰਾਜ ਇਹ ਪਾਤਸ਼ਾਹੀ ਹੁਣ ਹੋਰ ਕਿੰਨੀ ਕੁ ਦੇਰ ਬਣੀ ਰਹੇਗੀ। ਸਤਿਗੁਰੂ ਕਹਿੰਦੇ ਤੈਨੂੰ ਅਸੀਂ ਬਖਸ਼ਿਸ਼ ਕੀਤਾ, ਜਿੰਨੀ ਕੁ ਤੇਰੀ ਉਮਰ ਰਹਿੰਦੀ ਹੈ ਓਨੀ ਕੁ ਦੇਰ ਤੱਕ ਤੂੰ ਇਹ ਪਾਤਸ਼ਾਹੀ ਭੋਗੇਂਗਾ। ਉਸ ਤੋਂ ਬਾਅਦ ਇਹ ਮੁਗਲਾਂ ਦੀ ਤੁਰਕਾਂ ਦੀ ਪਾਤਸ਼ਾਹੀ ਖਤਮ ਹੋ ਜਾਵੇਗੀ। ਸਾਡਾ ਖਾਲਸਾ ਜਿਹੜਾ ਹਾਲੇ ਬਚਪਨ ਦੇ ਵਿੱਚ ਹੈ, ਅਕਾਲ ਪੁਰਖ ਦੀ ਮੌਜ ਵਿੱਚ ਸਜਾਏ ਹੋਏ ਇਸ ਖਾਲਸੇ 'ਤੇ ਜਦੋਂ ਜਵਾਨੀ ਆਏਗੀ, ਖਾਲਸਾ ਵਧੇ ਫੁੱਲੇਗਾ, ਹੰਨੇ ਹੰਨੇ ਸਰਦਾਰੀ ਹੋਵੇਗੀ, ਸਾਡੇ ਖਾਲਸੇ ਆਪਣਾ ਰਾਜ ਭਾਗ ਕਾਇਮ ਕਰ ਲੈਣਗੇ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਚਨ ਇਸ ਨੂੰ ਕੀਤੇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਦਿਨ ਫਿਰ ਆਇਆ। ਇਹਨੇ ਸ਼ੰਕਾ ਕੀਤੀ, ਮਹਾਰਾਜ ਜਿਹੜਾ ਹਿੰਦੂਆਂ ਦਾ ਧਰਮ ਹੈ ਇਹ ਮੈਨੂੰ ਬੜਾ ਕੱਚਾ ਪਿੱਚਾ ਜਿਹਾ ਲੱਗਦਾ ਹੈ। ਮਹਾਰਾਜ ਕਹਿੰਦੇ ਕਿਉਂ ਬਈ? ਕਹਿਣ ਲੱਗਾ ਜੀ ਦੇਖੋ ਉਹ ਪੱਥਰਾਂ ਦੀ ਪੂਜਾ ਕਰਦੇ ਆ, ਪੱਥਰ ਦੀ ਮੂਰਤੀ ਆਪ ਹੀ ਘੜੀ ਹੁੰਦੀ ਹੈ,
ਆਪ ਹੀ ਮੂਰਤੀ ਬਣਾ ਕੇ ਜਾਂ ਫਿਰ ਕੰਧ ਦੇ ਉੱਤੇ ਕਿਸੇ ਦੇਵੀ ਦੇਵਤੇ ਦਾ ਚਿੱਤਰ ਬਣਾ ਕੇ ਉਹਦੇ ਅੱਗੇ ਆਪਣੀ ਪੂਜਾ ਕਰਦੇ ਆ, ਸਿਰ ਨਵਾਉਂਦੇ ਹਨ ਔਰ ਇਸੇ ਪ੍ਰਕਾਰ ਉਸ ਤੋਂ ਮੁਰਾਦਾਂ ਮੰਗਦੇ ਹਨ। ਮਹਾਰਾਜ ਜਿਹੜੀ ਮੂਰਤੀ ਉਹਨਾਂ ਨੇ ਆਪ ਬਣਾਈ ਹੈ ਉਹ ਮੂਰਤੀ ਉਹਨਾਂ ਨੂੰ ਕੀ ਦੇ ਸਕਦੀ ਹੈ? ਇਸ ਕਰਕੇ ਮੈਨੂੰ ਇਹ ਕੂੜੀ ਗੱਲ ਲੱਗਦੀ ਹੈ, ਝੂਠੀ ਗੱਲ ਲੱਗਦੀ ਹੈ। ਅਤੇ ਮਹਾਰਾਜ ਦੂਜਾ ਮੇਰਾ ਸਵਾਲ ਇਹ ਹੈ ਕਿ ਸਤਿਗੁਰੂ ਜੀ ਇਹ ਜਿਹੜੇ ਹਿੰਦੂ ਲੋਕ ਆ ਨਾ, ਇਹ ਆਪਣੇ ਪਿਤਰਾਂ ਦੇ ਉਧਾਰ ਦੇ ਵਾਸਤੇ ਸ਼ਰਾਧ ਕਰਵਾਉਂਦੇ ਆ। ਅਤੇ ਮਹਾਰਾਜ ਜਿਹੜਾ ਸ਼ਰਾਧ ਉਹ ਤਾਂ ਇਹਨਾਂ ਦੇ ਪੰਡਿਤ ਬ੍ਰਾਹਮਣ ਖਾ ਜਾਂਦੇ ਆ, ਇਹਨਾਂ ਦੇ ਪਿਤਰਾਂ ਤੱਕ ਕਿਵੇਂ ਪਹੁੰਚਦਾ ਹੋਊਗਾ, ਉਹ ਕਿਵੇਂ ਰਜਦੇ ਹੋਣਗੇ? ਤੀਜਾ ਜਿਹੜਾ ਮੇਰਾ ਸਵਾਲ ਹੈ, ਮਹਾਰਾਜ ਇਹ ਗੰਗਾ ਵਿੱਚ ਜਾ ਕੇ ਆਪਣੇ ਪਿਤਰਾਂ ਦੇ ਵਾਸਤੇ ਪਾਣੀ ਸੂਰਜ ਵੱਲ ਨੂੰ ਉਲੱਦਦੇ ਹੈ, ਸੂਰਜ ਵੱਲ ਪਾਣੀ ਦੇ ਬੁੱਕ ਭਰ ਭਰ ਕੇ ਡੋਲਦੇ ਹੈ, ਪਰ ਉਹ ਪਾਣੀ ਤਾਂ ਇਹਨਾਂ ਦਾ ਨਦੀ ਵਿੱਚ ਹੀ ਡਿੱਗ ਰਿਹਾ ਹੈ, ਇਹਨਾਂ ਦੇ ਪਿਤਰਾਂ ਤੱਕ ਤਾਂ ਨਹੀਂ ਪਹੁੰਚਦਾ ਹੋਏਗਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੀ ਗੱਲ ਸੁਣੀ ਅਤੇ ਨਾਲ ਹੀ ਸਤਿਗੁਰੂ ਨੇ ਜਵਾਬ ਦਿੱਤਾ। ਕਹਿੰਦੇ ਭਾਈ ਜਿਹੜਾ ਆਪਾਂ ਦਰਖਤ ਲਾਉਂਦੇ ਹਾਂ, ਕਹਿੰਦੇ ਉਹਦੇ ਪਾਣੀ ਜਿਹੜਾ ਆਪਾਂ ਜੜ੍ਹਾਂ ਵਿੱਚ ਦਿੰਦੇ ਹਾਂ, ਜੜ੍ਹਾਂ ਦੇ ਵਿੱਚ ਪਾਣੀ ਪਾਉਂਦੇ ਹਾਂ ਦਰਖਤ ਦੇ, ਪਰ ਫਲ ਜਿਹੜਾ ਉਹ ਜੜ੍ਹ ਦੇ ਵਿੱਚੋਂ ਨਾ ਕਦੇ ਅਨਾਰ ਮਿਲਿਆ, ਨਾ ਅੰਬ ਮਿਲਿਆ, ਨਾ ਬੇਰ ਮਿਲਿਆ, ਨਾ ਕੋਈ ਹੋਰ ਫਲ। ਪਾਣੀ ਜੜ੍ਹਾਂ ਵਿੱਚ ਪਾਇਆ ਜਾਂਦਾ ਹੈ ਪਰ ਫਲ ਉੱਪਰਲੀਆਂ ਸ਼ਾਖਾਵਾਂ ਤੋਂ ਟਾਹਣੀਆਂ ਤੋਂ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਭਾਈ ਆਪੋ ਆਪਣੀ ਆਸਥਾ ਹੈ, ਉਹਨਾਂ ਦੇ ਧਰਮ ਦੀ ਮਰਿਆਦਾ ਹੈ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ। ਕਹਿੰਦੇ ਜਿਵੇਂ ਜੜ੍ਹਾਂ ਵਿੱਚ ਪਾਣੀ ਪਾਇਆ ਹੋਇਆ ਦਰਖਤ ਦੇ ਅਤੇ ਫਲ ਉੱਪਰੋਂ ਸ਼ਾਖਾਵਾਂ ਤੋਂ ਪ੍ਰਾਪਤ ਹੁੰਦਾ, ਇਸੇ ਤਰ੍ਹਾਂ ਇਸ ਲੋਕ ਦੇ ਵਿੱਚ ਭਾਵ ਜੜ੍ਹਾਂ ਦੇ ਵਿੱਚ ਬੀਜਿਆ ਹੋਇਆ ਪੁੰਨ ਕਰਮ ਹੈ ਜਿਹੜਾ, ਉਹ ਕਹਿੰਦੇ ਪਰਲੋਕ ਦੇ ਵਿੱਚ ਜਾ ਕੇ ਫਲੀਭੂਤ ਹੁੰਦਾ, ਉੱਪਰ ਜਾ ਕੇ ਫਲ ਦੀ ਪ੍ਰਾਪਤੀ ਹੁੰਦੀ ਹੈ। ਬਾਕੀ ਕਹਿੰਦੇ ਭਾਈ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਉਹ ਪਖੰਡ ਕਰਦੇ ਹੋ, ਘੱਟ ਤਾਂ ਤੁਸੀਂ ਵੀ ਨਹੀਂ। ਉਹ ਮੂਰਤੀ ਦੀ ਪੂਜਾ ਕਰਦੇ ਹਨ, ਤੁਸੀਂ ਕਬਰਾਂ ਨੂੰ ਪੂਜੀ ਜਾਂਦੇ ਹੋ। ਕਬਰਾਂ ਦੇ ਵਿੱਚ ਜਿਹੜੇ ਨਾਸ਼ ਹੋ ਗਏ, ਮਰ ਗਏ ਤੁਹਾਡੇ ਵੱਡੇ ਵਡੇਰੇ, ਤੁਸੀਂ ਉਹਨਾਂ ਨੂੰ ਕਬਰਾਂ ਦੇ ਵਿੱਚ ਪਿਆ ਨੂੰ ਪੂਜੀ ਜਾਂਦੇ ਹੋ। ਤੁਹਾਡੇ ਅਤੇ ਉਹਨਾਂ ਵਿੱਚ ਫਰਕ ਤਾਂ ਕੋਈ ਨਹੀਂ, ਪਖੰਡ ਤਾਂ ਬਰਾਬਰ ਦਾ ਹੀ ਕਰਦੇ ਹੋ। ਤੁਹਾਡਾ ਮੁਕੱਦਸ ਅਸਥਾਨ ਮੰਨਿਆ ਜਾਂਦਾ ਮੱਕਾ ਮਦੀਨਾ, ਅਤੇ ਉਸ ਮੱਕੇ ਮਦੀਨੇ ਵਿੱਚ ਜਾ ਕੇ ਤੁਸੀਂ ਵੀ ਤਾਂ ਕਾਲੇ ਪੱਥਰ ਦੀ ਪੂਜਾ ਹੀ ਕਰਦੇ ਹੋ, ਉੱਥੇ ਵੀ ਤਾਂ ਇੱਕ ਕਾਲਾ ਪੱਥਰ ਹੀ ਰੱਖਿਆ ਹੋਇਆ। ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਉਹ ਪਖੰਡ ਕਰਦੇ ਆ, ਅਸੀਂ ਨਹੀਂ ਕਰਦੇ? ਸਤਿਗੁਰੂ ਕਹਿੰਦੇ ਨਹੀਂ ਭਾਈ, ਆਪੋ ਆਪਣੇ ਧਰਮਾਂ ਦੀ ਜਿਵੇਂ ਮਰਿਆਦਾ ਹੈ, ਸਾਰੇ ਆਪਣੇ ਤਰੀਕੇ ਨਾਲ ਕਰਦੇ ਆ, ਰੱਬ ਦਾ ਨਾਮ ਲੈਂਦੇ ਆ। ਸੋ ਇਸ ਕਰਕੇ ਕਿਸੇ ਦੂਜੇ ਉੱਤੇ ਤਰਕ ਕਰਨ ਨਾਲੋਂ ਆਪਣਾ ਜੀਵਨ ਚੰਗਾ ਬਣਾਉਣਾ ਚਾਹੀਦਾ। ਸਤਿਗੁਰੂ ਕਹਿੰਦੇ ਅਸੀਂ ਤੀਜਾ ਖਾਲਸਾ ਪੰਥ ਦੋਵਾਂ ਦੇ ਵਿੱਚੋਂ ਨਿਆਰਾ ਪ੍ਰਗਟ ਕੀਤਾ ਹੈ। ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਪੁਜਾਰੀ ਹੈ, ਸੋ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਮੰਨਦਾ ਨਹੀਂ, ਆਜ਼ਾਦ ਹਸਤੀ ਦਾ ਮਾਲਕ ਹੈ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਜਵਾਬ ਦਿੱਤੇ ਨਾ, ਬਹਾਦਰ ਸ਼ਾਹ ਅਤੇ ਇਹਦੇ ਸਾਰੇ ਅਹਿਲਕਾਰ ਸੀ ਜਿਹੜੇ, ਉਹ ਧੰਨ ਧੰਨ ਕਹਿ ਉੱਠੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਨ੍ਹਾਂ ਦੇ ਵਰਗੀ ਹਾਜ਼ਰ ਜਵਾਬੀ ਕਿਸੇ ਹੋਰ ਕੋਲ ਨਹੀਂ ਹੈ, ਕਿਉਂਕਿ ਮਹਾਰਾਜ ਨੇ ਉੱਤਰ ਹੀ ਐਸਾ ਦਿੱਤਾ, ਇਹਨਾਂ ਦੀ ਨਿਸ਼ਾ ਕਰਵਾ ਦਿੱਤੀ, ਤਸੱਲੀ ਕਰਵਾ ਦਿੱਤੀ। ਬਹਾਦਰ ਸ਼ਾਹ ਕਹਿਣ ਲੱਗਾ, ਮਹਾਰਾਜ ਹੁਣ ਮੈਂ ਆਪ ਜੀ ਤੋਂ ਵਿਦਾਇਗੀ ਲੈਣ ਵਾਸਤੇ ਆਇਆ ਹਾਂ। ਮੈਂ ਆ ਦੱਖਣ ਦੇਸ਼ ਤੋਂ ਚੱਲ ਕੇ ਦਿੱਲੀ ਵਿਖੇ ਪਹੁੰਚਣਾ ਚਾਹੁੰਦਾ ਹਾਂ। ਦਿੱਲੀ ਵਿਖੇ ਪਹੁੰਚ ਕੇ ਤਖਤ 'ਤੇ ਬਿਰਾਜਮਾਨ ਹੋ ਕੇ ਸਾਰੇ ਦੇਸ਼ ਦੀ, ਸਾਰੇ ਸੂਬਿਆਂ ਦੀ ਸਾਂਭ ਸੰਭਾਲ ਕਰਾਂਗਾ, ਅਤੇ ਇੱਥੋਂ ਚੱਲ ਕੇ ਮੈਂ ਹੈਦਰਾਬਾਦ ਗੋਰਕੁੰਡਾ ਵਿਖੇ ਜਾਵਾਂਗਾ, ਥੋੜ੍ਹੇ ਦਿਨ ਉੱਥੇ ਰੁਕ ਕੇ ਫਿਰ ਦਿੱਲੀ ਵਿਖੇ ਜਾਵਾਂਗਾ। ਉਸ ਤੋਂ ਬਾਅਦ ਮਹਾਰਾਜ ਜਦੋਂ ਵੀ ਸਮਾਂ ਮਿਲਿਆ ਮੈਂ ਆਪ ਜੀ ਦੇ ਦਰਸ਼ਨ ਕਰਨ ਜ਼ਰੂਰ ਆਵਾਂਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਆ ਹੁਣ ਤਾਂ ਤੈਨੂੰ ਦਰਸ਼ਨ ਹੋ ਰਹੇ ਆ, ਅੱਗੇ ਅਕਾਲ ਪੁਰਖ ਵਾਹਿਗੁਰੂ ਨੂੰ ਜਿਵੇਂ ਭਾਵੇ ਉਸ ਤਰ੍ਹਾਂ ਹੋਏਗਾ, ਕਿਉਂਕਿ ਸਤਿਗੁਰੂ ਜੀ ਅੰਤਰਜਾਮੀ ਜਾਣਦੇ ਹਨ ਕਿ ਥੋੜ੍ਹੇ ਦਿਨਾਂ ਤੱਕ ਸੱਚਖੰਡ ਚਲੇ ਜਾਣਾ ਹੈ, ਦੁਬਾਰਾ ਇਹਨੂੰ ਦਰਸ਼ਨ ਸਰੀਰਕ ਰੂਪ ਦੇ ਵਿੱਚ ਸਾਡੇ ਨਹੀਂ ਹੋਣਗੇ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਸਿਰੋਂ ਪਾਓ ਦੇ ਕੇ ਵਿਦਾ ਕੀਤਾ। ਇੱਥੋਂ ਤੱਕ ਆਪਾਂ ਜਿਹੜਾ ਗੁਰ ਇਤਿਹਾਸ ਪਿੱਛੇ ਸਰਵਣ ਕਰ ਚੁੱਕੇ ਹਾਂ। ਹੁਣ ਅੱਗੇ ਜਿਵੇਂ ਇਤਿਹਾਸ ਆ ਰਿਹਾ ਹੈ, ਥੋੜ੍ਹੇ ਜਿਹੇ ਸਮੇਂ ਵਾਸਤੇ ਅੱਜ ਆਪਾਂ ਹਾਜ਼ਰੀ ਭਰਨੀ ਹੈ, ਕਿਉਂਕਿ ਆਪ ਜੀ ਨੂੰ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਸਿਹਤ ਕੁਝ ਠੀਕ ਨਹੀਂ ਹੈ। ਦੂਸਰਾ ਅੱਜ ਨਗਰ ਕੀਰਤਨ ਵੀ ਇੱਥੇ ਆ ਜਾਣਾ ਹੈ, ਜਿਸ ਕਰਕੇ ਆਪਾਂ ਉਸ ਤੋਂ ਪਹਿਲਾਂ ਹੀ
ਕੋਸ਼ਿਸ਼ ਕਰਾਂਗੇ ਕਿ ਸਮਾਪਤੀ ਕਰ ਦਿੱਤੀ ਜਾਵੇ। ਆਓ, ਜਿਵੇਂ ਸਤਿਗੁਰਾਂ ਦਾ ਸੁੰਦਰ ਇਤਿਹਾਸ ਆ ਰਿਹਾ ਹੈ, ਬੜੇ ਪਿਆਰ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਚਰਨਾਂ ਦੇ ਵਿੱਚ ਧਿਆਨ ਨੂੰ ਜੋੜ ਕੇ ਆਪਣੇ ਵੱਡੇ ਵਡੇਰਿਆਂ ਦਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਂਵਾਕਾਂ ਮੁਤਾਬਕ ਇਤਿਹਾਸ ਸਰਵਣ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕੌਤਕ ਵਰਤਾ ਰਹੇ, ਜਿਵੇਂ ਸਤਿਗੁਰ ਦੇ ਦਰਬਾਰ ਦੀ ਸ਼ੋਭਾ, ਜਿਵੇਂ ਸਤਿਗੁਰੂ ਜੀ ਦੇ ਬੇਅੰਤ ਗੁਣ ਹਨ, ਪਿਆਰ ਦੇ ਨਾਲ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਇਸ ਪ੍ਰਕਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸ਼ਮੇਸ਼ ਪਿਤਾ ਜੀ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਉਹਨਾਂ ਨੇ ਕਿੰਨੇ ਹੀ ਦਿਨ ਬਤੀਤ ਕੀਤੇ ਸ੍ਰੀ ਹਜ਼ੂਰ ਸਾਹਿਬ। ਦੋਵੇਂ ਸਮੇਂ ਸਵੇਰ ਵੇਲੇ ਤੇ ਸ਼ਾਮ ਦੇ ਵੇਲੇ ਖਾਲਸਾ ਆਉਂਦਾ ਹੈ। ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਦਰਸ਼ਨ ਦੀਦਾਰੇ ਕਰਦੇ ਹਨ। ਸਤਿਗੁਰੂ ਜੀ ਦੇ ਇਰਦ ਗਿਰਦ ਖਾਲਸੇ ਆ ਕੇ ਜੁੜ ਬੈਠਦੇ, ਸੰਗਤ ਬੈਠ ਜਾਂਦੀ ਹੈ, ਦੀਵਾਨ ਸਜਦਾ ਹੈ ਭਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੱਚ ਕੀ ਬਾਣੀ ਦਾ ਜਿਹੜਾ ਕੀਰਤਨ ਗੁਰੂ ਕੇ ਕੀਰਤਨੀਏ ਸਿੰਘ ਕਰਦੇ ਹਨ, ਗੁਰਬਾਣੀ ਦੀਆਂ ਧੁਨਾਂ ਨੂੰ ਸੁਣ ਸੁਣ ਕੇ ਰਸਾਲਾ ਕਹੀਏ ਬੜੇ ਰਸ ਦੇ ਸਹਿਤ ਸਾਰੇ ਹੁੰਦੇ ਹਨ, ਰਸ ਮਾਣਦੇ ਹਨ ਗੁਰਬਾਣੀ ਕੀਰਤਨ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁੰਦਰ ਬਸਤਰ ਪਹਿਨਦੇ ਹਨ ਔਰ ਬਹੁਤ ਕੀਮਤੀ ਸੁੰਦਰ ਸ਼ਸਤਰ ਤਨ ਦੇ ਉੱਤੇ ਸਜਾਉਂਦੇ। ਇਉਂ ਤਿਆਰ ਬਰ ਤਿਆਰ ਹੋ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਿੱਖ ਸੰਗਤਾਂ ਦੇ ਵਿੱਚ ਸ਼ੋਭਾ ਪਾਉਂਦੇ ਹਨ। ਜਿਵੇਂ ਕਹਿੰਦੇ ਜੱਛਾਂ ਦੇ ਵਿੱਚ ਕੁਬੇਰ ਜਿਹੜਾ ਦੇਵਤਾ ਉਹ ਸ਼ੋਭਾ ਪਾਉਂਦਾ ਹੈ। ਔਰ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਸਾਰਿਆਂ ਦੀਆਂ ਕਾਮਨਾਵਾਂ, ਸਭ ਦੀਆਂ ਇਛਾਵਾਂ ਜਿਹੜਾ ਆ ਕੇ ਜੋ ਵੀ ਅਰਦਾਸ ਕਰਦਾ ਹੈ, ਕਿਉਂਕਿ ਗੁਰੂ ਕਾ ਸਿੱਖ ਗੁਰੂ ਚਰਨਾਂ ਵਿੱਚ ਹੀ ਅਰਦਾਸ ਕਰਦਾ ਹੈ, ਹੋਰ ਕਿਸੇ ਦੂਜੇ ਤੀਜੇ ਦੇ ਕੋਲੋਂ ਨਹੀਂ ਮੰਗਦਾ। ਔਰ ਦੂਜੇ ਤੀਜੇ ਕੋਲੋਂ ਮੰਗਣਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ। ਜੇ ਤੂੰ ਗੁਰੂ ਕੇ ਸਿੱਖਾ ਇੱਕ ਗੁਰੂ ਨੂੰ ਛੱਡ ਕੇ ਕਿਸੇ ਹੋਰ ਕੋਲ ਮੰਗਣ ਜਾਂਦਾ ਤੇ ਕਹਿੰਦੇ ਸ਼ਰਮ ਨਾਲ ਮਰ ਕਿਉਂ ਨਹੀਂ ਜਾਂਦਾ। ਸੱਚਾ ਸਤਿਗੁਰ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਤੂੰ ਮਨਮੁਖ ਹੋ ਕੇ ਬੰਦਿਆਂ ਦਾ ਬੰਦਾ ਬਣਦਾ ਹੈ, ਗੁਰੂ ਕੋਲੋਂ ਨਹੀਂ ਮੰਗਦਾ। ਇਹ ਤਾਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭ ਕਾਮਨਾਵਾਂ ਸੰਪੂਰਨ ਕਰਨ ਵਾਲੇ ਹਨ। ਜੀਏ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਗੁਰੂ ਕੀਆਂ ਸੰਗਤਾਂ ਭਾਵਨਾ ਨਾਲ ਸਤਿਗੁਰੂ ਜੀ ਦੇ ਦਰ ਦੇ ਉੱਤੇ ਆ ਕੇ ਅਰਦਾਸ ਬੇਨਤੀਆਂ ਕਰਦੀਆਂ ਹਨ। ਸਤਿਗੁਰੂ ਜੀ ਸਭ ਦੀਆਂ ਇਛਾਵਾਂ ਪੂਰੀਆਂ ਕਰਦੇ ਹਨ। ਜਾਂ ਫਿਰ ਕਹਿੰਦੇ ਜਿਵੇਂ ਸਾਰੇ ਦੇਵਤਿਆਂ ਦੇ ਵਿੱਚ ਹਾਂ, ਰਾਜ ਸੱਚੀ ਜਿਹੜਾ ਸੱਚੀ ਦਾ ਰਾਜਾ, ਸੱਚੀ ਦਾ ਪਤੀ ਭਾਵ ਇੰਦਰ ਹੈ, ਉਹ ਸਾਰੇ ਦੇਵਤਿਆਂ ਦੇ ਵਿੱਚ ਸ਼ੋਭਾ ਪਾਉਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਜ ਸੱਚੀ ਜੁਤ ਸੁਰਪਤ ਪਿਖ ਹੈ। ਜਿਵੇਂ ਦੇਵਤਿਆਂ ਦੇ ਵਿੱਚ ਆਪਣੀ ਘਰਵਾਲੀ ਸਤੀ ਦੇ ਨਾਲ ਬੈਠਾ ਹੋਇਆ ਰਾਜਾ ਇੰਦਰ ਸ਼ੋਭਾ ਪਾਉਂਦਾ ਦੇਖੀਦਾ ਹੈ, ਇਸੇ ਤਰ੍ਹਾਂ ਸਤਿਗੁਰੂ ਸਾਹਿਬ ਜੀ ਆਪਣੇ ਦਰਬਾਰ ਵਿੱਚ ਸ਼ੋਭਾਏ ਮਾਨ ਹਨ ਅਤੇ ਲక్ష్ਮੀ ਧਨ ਪਦਾਰਥ ਇਤਿਆਦਿਕ ਦੇ ਸਹਿਤ ਸਾਰੇ ਸਤਿਗੁਰੂ ਦੇ ਚਰਨਾਂ ਵਿੱਚ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਬਾਰ ਵਿੱਚ ਸ਼ੋਭਾ ਪਾਉਂਦੇ ਹਨ। ਜਾਂ ਫਿਰ ਕਹਿੰਦੇ ਮੁਨਨ ਸਭਾ, ਰਿਸ਼ੀਆਂ ਮੁਨੀਆਂ ਦੀ ਸਭਾ ਦਰਬਾਰ ਦੇ ਵਿੱਚ ਰਘੂਕੁਲ ਦੇ ਵੀਰ, ਰਘੂਕੁਲ ਦੇ ਮਾਲਕ, ਰਘੂਕੁਲ ਦੇ ਯੋਧੇ ਭਗਵਾਨ ਰਾਮਚੰਦਰ ਜੀ ਸ਼ੋਭਦੇ ਹਨ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ
ਉਹਨਾਂ ਦੇ ਗਾਤਰੇ ਕਟਾਰ ਪਹਿਨੀ, ਸ੍ਰੀ ਸਾਹਿਬ ਪਹਿਨੀ ਹੈ, ਹੱਥਾਂ ਦੇ ਵਿੱਚ ਧਨੁਖ ਤੀਰ ਆਦਿਕ ਸ਼ੋਭਦੇ ਹਨ। ਕੈ ਜਦ ਪੁੰਜਨ ਕੇ ਸਾਹਿਤ। ਜਾਂ ਫਿਰ ਹੋਰ ਉਪਮਾ ਦਿੰਦੇ ਕਹਿੰਦੇ ਆ ਜਿਵੇਂ ਜਾਦਵਾਂ ਦੇ ਸਮੇਤ ਭਗਵਾਨ ਕ੍ਰਿਸ਼ਨ ਜੀ। ਤੇਰੇ ਸ਼ਿਆਮ ਘਨ ਸੁੰਦਰ ਮਹਿਤ। ਸ਼ਿਆਮ ਘਨ ਨਾਮ ਕ੍ਰਿਸ਼ਨ ਦਾ ਹੈ, ਜਿਵੇਂ ਕ੍ਰਿਸ਼ਨ ਜੀ ਸੁੰਦਰ ਸ਼ੋਭਾ ਪਾਉਂਦੇ ਹਨ ਜਾਦਵਾਂ ਦੇ ਸਹਿਤ। ਕਿਰਪਾ ਕਟਾਇ ਤੇ ਅਵਲੋਕ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸ਼ਮੇਸ਼ ਪਿਤਾ ਆਪਣੇ ਕਿਰਪਾ ਭਰੇ ਨੇਤਰਾਂ ਦੇ ਨਾਲ ਸੰਗਤਾਂ ਵੱਲ ਤੱਕਦੇ ਹਨ। ਸਤ ਸ਼ਨਕ ਮੈਂ ਦਾਸ ਅਸ਼ੋਕ। ਔਰ ਇੱਕੋ ਤੱਕਣੀ ਦੇ ਨਾਲ ਛਿਨ ਮਾਤਰ ਦੇ ਵਿੱਚ ਹੀ ਆਪਣੇ ਸੇਵਕਾਂ ਨੂੰ, ਸਿੱਖਾਂ ਨੂੰ ਸ਼ੋਕ ਤੋਂ ਰਹਿਤ, ਦੁੱਖਾਂ ਤੋਂ ਰਹਿਤ, ਸੋਗਾਂ ਤੋਂ ਰਹਿਤ ਕਰ ਦਿੰਦੇ ਹਨ। ਸ਼ੁਭ ਉਪਦੇਸ਼ ਦੇਤ ਸਭ ਕਾਹੂ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਸ਼ੁਭ ਉਪਦੇਸ਼ ਦੇ ਰਹੇ ਹਨ। ਯਥਾ ਕਪਲ ਮੁਨ ਨਿਜ ਸਿਖ ਮਾਹੂ। ਜਿਵੇਂ ਕਪਿਲ ਮੁਨੀ ਆਪਣੇ ਚੇਲਿਆਂ, ਆਪਣੇ ਵਿਦਿਆਰਥੀਆਂ ਦੇ ਵਿੱਚ ਸ਼ੁਭਾਏਮਾਨ ਹੈ ਤੇ ਉਹ ਸਿੱਖਿਆ ਦਿੰਦੇ ਆ ਆਪਣੇ ਵਿਦਿਆਰਥੀਆਂ ਨੂੰ, ਇਸੇ ਪ੍ਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਸਿੱਖ ਸੇਵਕਾਂ ਨੂੰ ਸ਼ੁਭ ਉਪਦੇਸ਼ ਦੇ ਰਹੇ ਹਨ। ਬ੍ਰਹਮ ਗਿਆਨ ਕੋ ਕਰਤੋ ਚਾਰਨ। ਔਰ ਸਤਿਗੁਰੂ ਜੀ ਬ੍ਰਹਮ ਦੇ ਗਿਆਨ ਨੂੰ, ਆਪਣੇ ਆਪੇ ਦੇ ਗਿਆਨ ਨੂੰ, ਪਰਮੇਸ਼ਰ ਦੇ ਗਿਆਨ ਨੂੰ ਵਿਚਾਰ ਕੇ ਦੱਸਦੇ ਹਨ। ਜਿਮ ਚਤੁਰਾਨਨ ਕੈਵਲ ਕਾਰਨ। ਜਿਵੇਂ ਕਹਿੰਦੇ ਚਤੁਰ ਆਨਨ, ਚਤੁਰ ਨਾਮ ਚਾਰ ਦਾ ਤੇ ਆਨਨ ਨਾਮ ਮੂੰਹ ਦਾ, ਚਾਰ ਮੂੰਹਾਂ ਵਾਲਾ ਬ੍ਰਹਮਾ ਉਹ ਕੇਵਲ ਮੁਕਤੀ ਦਾ ਗਿਆਨ ਦਿੰਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਗਿਆਨ ਬਖਸ਼ਦੇ ਹਨ। ਜੈ ਕੈ ਸੇਵਕ ਹੋਤ ਸਹਾਈ। ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿੱਥੇ ਕਿੱਥੇ ਵੀ ਆਪਣੇ ਸੇਵਕਾਂ ਦੇ, ਜਿੱਥੇ ਜਿੱਥੇ ਉਹਨਾਂ ਨੂੰ ਕੋਈ ਯਾਦ ਕਰਦਾ, ਸਹਾਇਕ ਹੁੰਦੇ ਹਨ। ਜਿਮ ਪਦਮਾ ਪਦ ਪੂਰਨ ਧਾਈ। ਜਿਵੇਂ ਸਾਧ ਸੰਗਤ ਜੀ ਪਦਮਾਪਤੀ, ਲక్ష్ਮੀ ਦੇ ਪਤੀ ਭਗਵਾਨ ਵਿਸ਼ਨੂੰ ਜੀ ਆਪਣੇ ਸੇਵਕਾਂ ਦੀ ਰੱਖਿਆ ਕਰਨ ਵਾਸਤੇ ਬਹੁਤ ਜਲਦੀ ਧਾਕ ਕੇ ਜਲਦੀ ਨਾਲ ਪਹੁੰਚ ਜਾਂਦੇ ਹਨ। ਇਸੇ ਪ੍ਰਕਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਜਿੱਥੇ ਕਿਤੇ ਵੀ ਕੋਈ ਭਾਵਨਾ ਨਾਲ ਯਾਦ ਕਰਦਾ ਹੈ, ਉਸ ਦੇ ਸਹਾਇਤਾ ਵਾਸਤੇ, ਉਹਦੀ ਮਦਦ ਵਾਸਤੇ ਜਾ ਪਹੁੰਚਦੇ ਹਨ ਜਲਦੀ ਹੀ। ਆਨੰਦ ਆਤਮ ਮਹਿ ਨਿਚਾ ਦਿਨ ਦਿਨ। ਔਰ ਆਨੰਦ ਆਤਮ ਵਿੱਚ ਆਪਣੇ ਆਪੇ ਦੇ ਸਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਿੱਤਾ ਪ੍ਰਤੀ ਦ੍ਰਿੜ ਨਿਸ਼ਚਾ ਹੈ। ਜਥਾ ਅਡੋਲ ਸ਼ੰਭੂ ਕੋ ਦ੍ਰਿੜ ਮਨ। ਜਿਵੇਂ ਸ਼ੰਭੂ ਨਾਮ ਸ਼ਿਵ ਜੀ ਦਾ ਹੈ, ਜਿਵੇਂ ਸ਼ਿਵ ਜੀ ਦਾ ਧਿਆਨ ਅਡੋਲ ਹੈ, ਹਮੇਸ਼ਾ ਅਡੋਲ ਰਹਿੰਦਾ, ਡੋਲਦਾ ਨਹੀਂ, ਇਸੇ ਤਰ੍ਹਾਂ ਸਤਿਗੁਰੂ ਜੀ ਦਾ ਹਿਰਦਾ ਵੀ ਅਡੋਲ ਹੈ। ਕਵਤਾ ਕਰਨ ਤੈਤ ਸਮਬਸ ਵਿਆਸਾ। ਔਰ ਜਦੋਂ ਕਵਿਤਾ ਕਰਨ ਲੱਗਦੇ ਹਨ, ਕਵਿਤਾ ਦੇ ਕਾਰਨ, ਕਵਿਤਾ ਦੇ ਰਚਨ ਵਿੱਚ, ਬਾਣੀ ਦੇ ਰਚਨ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਬਿਆਸ ਮੁਨੀ ਕਵਿਤਾ ਲਿਖਦੇ ਆ, ਇਉਂ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਉਚਾਰਦੇ ਹਨ। ਰਚੇ ਗ੍ਰੰਥ ਬਰਣੇ ਇਤਿਹਾਸਾ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਿੰਨੇ ਹੀ ਗ੍ਰੰਥ ਰਚ ਦਿੱਤੇ, ਜਿਨ੍ਹਾਂ ਦੇ ਵਿੱਚ ਪੁਰਾਤਨ ਸਮੇਂ ਦੇ ਇਤਿਹਾਸ ਦਾ ਤਰਜਮਾ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੇ ਇਤਿਹਾਸ ਨੂੰ ਵਰਣਨ ਕੀਤਾ। ਰਾਮਾ ਅਵਤਾਰ, ਕ੍ਰਿਸ਼ਨਾ ਅਵਤਾਰ ਇਤਿਆਦਿਕ ਸ੍ਰੀ ਦਸਮ ਗ੍ਰੰਥ ਸਾਹਿਬ, ਵਿਦਿਆ ਧਰ ਗ੍ਰੰਥ, ਹੋਰ ਬਹੁਤ ਸਾਰੇ ਸਾਹਿਤ ਦੀ ਸਤਿਗੁਰੂ ਨੇ ਰਚਨਾ ਕੀਤੀ। ਧਨ ਵਿਦਿਆ ਮੈਂ ਪ੍ਰੀਤ ਨਿਭਾਈ। ਔਰ ਧਨੁਖ ਵਿਦਿਆ ਜਿਹੜੀ, ਉਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਭਾਰੀ ਪ੍ਰੀਤੀ, ਪ੍ਰੇਮ ਨਿਭਾਇਆ ਹੈ। ਬੜੇ ਪ੍ਰੇਮ ਦੇ ਨਾਲ ਸਤਿਗੁਰੂ ਨੇ ਧਨੁਖ ਵਿਦਿਆ ਸਿੱਖੀ ਔਰ ਇਸ ਧਨੁਖ ਵਿਦਿਆ ਨੂੰ ਵਰਤਿਆ। ਔਰ ਇਤਿਹਾਸ ਦੱਸਦਾ ਹੈ ਕਿ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਜਦੋਂ ਇੱਕ ਤੀਰ ਚਲਾਉਂਦੇ ਸੀ ਨਾ, ਇੱਕ ਇੱਕ ਤੀਰ ਸਤਿਗੁਰੂ 10-10 ਹਜ਼ਾਰ ਦੇ ਵਿੱਚੋਂ ਦੀ ਕੱਢ ਦਿੰਦੇ ਸਨ। ਜਿਵੇਂ ਅਰਜਨ ਸਗਰੀ ਬੈ ਮਾਹੀ। ਜਿਵੇਂ ਕਹਿੰਦੇ ਅਰਜੁਨ ਤੀਰ ਅੰਦਾਜ਼ੀ ਵਿੱਚ ਬੜਾ ਬਾਕਮਾਲ ਸੂਰਮਾ ਮੰਨਿਆ ਹੈ, ਉਹਨੇ ਸਾਰੀ ਉਮਰ ਆਪਣੀ ਧਨੁਖ ਵਿਦਿਆ ਦਾ ਲੋਹਾ ਮਨਵਾਇਆ। ਇਸੇ ਪ੍ਰਕਾਰ ਕਲਗੀਧਰ ਸੱਚੇ ਪਾਤਸ਼ਾਹ ਜੀ ਧਨੁਖ ਵਿਦਿਆ ਦਾ ਕੋਈ ਸਾਨੀ ਨਹੀਂ ਹੈ। ਦਇ ਕਵਨ ਕੋ ਦਾਨ ਕਨੇਰੇ। ਔਰ ਕਵੀ ਜਨਾਂ ਨੂੰ, ਜਿਹੜੇ ਕਵਿਤਾ ਰਚਨ ਵਾਲੇ ਵਿਦਵਾਨ ਬੁੱਧੀਮਾਨ ਲੋਕ ਹਨ, ਉਹਨਾਂ ਨੂੰ ਕਲਗੀਧਰ ਸੱਚੇ ਪਾਤਸ਼ਾਹ ਹਮੇਸ਼ਾ ਹੀ ਬਹੁਤ ਭਾਰਾ ਧਨ ਆਦਿਕ ਪਦਾਰਥ ਦਾਨ ਵਜੋਂ ਦਿੰਦੇ ਸਨ। ਮੁਕਤਾ ਹੀਰੇ ਚੀਰ ਛੇਲੇ। ਸਿਰਫ ਧਨ ਹੀ ਨਹੀਂ, ਮੁਕਤੇ ਹੀਰੇ ਔਰ ਇਸੇ ਪ੍ਰਕਾਰ ਬਹੁਤ ਸੁੰਦਰ ਸੁੰਦਰ ਜਿਹੜੇ ਵਸਤਰ ਉਹਨਾਂ ਨੂੰ ਪਹਿਨਣ ਵਾਸਤੇ ਦਾਨ ਵਿੱਚ ਦਿੰਦੇ ਸਨ। ਪਾਵਨ ਕਾਲ ਸਮੀਪ ਹੀ ਰਹੈ। ਔਰ 52 ਕਵੀ ਜਿਹੜੇ ਆ ਉਹ ਤਾਂ ਹਮੇਸ਼ਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਰਹਿੰਦੇ ਸਨ।
ਪੌਂਟਾ ਸਾਹਿਬ ਜਮਨਾ ਦੇ ਕਿਨਾਰੇ ਉੱਥੇ ਵੀ 52 ਕਵੀ, ਅਨੰਦਪੁਰ ਸਾਹਿਬ ਵਿੱਚ ਵੀ ਬਹੁਤ ਸਾਰੇ ਕਵੀ ਹੋਰ ਵੀ ਚੱਲ ਕੇ ਆ ਜਾਂਦੇ ਸਨ, ਜਿਨ੍ਹਾਂ ਨੂੰ ਪਤਾ ਲੱਗਦਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਵੀਆਂ ਵਿਦਵਾਨਾਂ ਦੇ ਬੜੇ ਕਦਰਦਾਨ ਹਨ। ਬਹੁਤ ਭਾਰੀ ਧਨ ਪਦਾਰਥ ਸਤਿਗੁਰੂ ਸੱਚੇ ਪਾਤਸ਼ਾਹ ਕਵੀਆਂ ਨੂੰ ਦਿੰਦੇ ਹੈ। ਇਸ ਕਰਕੇ ਉਹ ਕਵੀ ਲੋਕ ਸਤਿਗੁਰ ਦੇ ਚਰਨਾਂ ਵਿੱਚ ਆ ਕੇ ਰਹਿੰਦੇ ਸਨ ਤੇ 52 ਕਵੀ ਤਾਂ ਹਮੇਸ਼ਾ ਹੀ ਨਾਲ ਰਹੇ। ਆਇਓ ਦਰਗੁਜ ਤਰਚਿਤ ਚਹੈ, ਜਿੰਨਾ ਚਿੱਤ ਦੇ ਵਿੱਚ ਚਾਹਨਾ ਹੁੰਦੀ ਸੀ ਓਨਾ ਹੀ ਸਤਿਗੁਰ ਸੱਚੇ ਪਾਤਸ਼ਾਹ ਤੋਂ ਧਨ ਪਦਾਰਥ ਲੈ ਲੈਂਦੇ ਸਨ। ਇਹ ਨਹੀਂ ਸੀ ਕਿ ਸਤਿਗੁਰੂ ਜੀ ਨੇ ਕੋਈ ਬਸ ਜਿੰਨਾ ਕੁ ਦੇਣਾ ਉਹਨਾਂ ਨਹੀਂ, ਉਹਨਾਂ ਨੂੰ ਪੁੱਛਦੇ ਭਾਈ ਤੈਨੂੰ ਕਿੰਨਾ ਚਾਹੀਦਾ, ਜਿੰਨਾ ਉਹ ਮੰਗਦੇ ਉਸ ਤੋਂ ਵੀ ਕਿਤੇ ਵਧੇਕ ਸਤਿਗੁਰੂ ਗਿਣ ਕੇ ਥੋੜ੍ਹੀ, ਸਤਿਗੁਰੂ ਤਾਂ ਢਾਲੇ ਭਰ ਭਰ ਕੇ ਸੋਨੇ ਦੀਆਂ ਮੋਹਰਾਂ ਦੇ ਉਹਨਾਂ ਦੀਆਂ ਝੋਲੀਆਂ ਵਿੱਚ ਪਾ ਦਿੰਦੇ ਸਨ ਔਰ ਇੰਨਾ ਬਖਸ਼ ਦਿੰਦੇ ਸਨ। ਕਈ ਵਾਰ ਲੈਣ ਵਾਲੇ ਨੂੰ ਫਿਕਰ ਪੈ ਜਾਂਦਾ ਸੀ ਵੀ ਹੁਣ ਇਹਨੂੰ ਸਾਂਭਾਂਗਾ ਕਿਵੇਂ। ਇੱਕ ਵਾਰੀ ਅਨੰਦਪੁਰ ਸਾਹਿਬ ਦੇ ਵਿੱਚ ਦੀਵਾਨ ਲੱਗਿਆ ਸਤਿਗੁਰੂ ਦਾ, ਬਹੁਤ ਸਾਰੇ ਕਵੀ ਵਿਰਾਜਮਾਨ ਹਨ। ਇੱਕ ਗਰੀਬੜਾ ਜਿਹਾ ਕੋਈ ਕਵੀ ਆਇਆ, ਕਹਿੰਦਾ ਮਹਾਰਾਜ ਮੈਂ ਵੀ ਆਪਣੀ ਕਵਿਤਾ ਸੁਣਾਉਣੀ ਚਾਹੁੰਦਾ। ਸਤਿਗੁਰੂ ਕਹਿੰਦੇ ਭਾਈ ਸਵਾਗਤ ਹੈ, ਸੁਣਾਓ, ਜੀ ਆਇਆਂ ਨੂੰ। ਇਹ ਕਵੀ ਨੇ ਆਪਣੀ ਕਵਿਤਾ ਸੁਣਾਈ। ਕਲਗੀਆਂ ਵਾਲੇ ਪਾਤਸ਼ਾਹ ਇਹਦੀ ਕਵਿਤਾ ਸੁਣ ਕੇ ਬੜੇ ਪ੍ਰਸੰਨ ਹੋਏ, ਬਹੁਤ ਜ਼ਿਆਦਾ ਖੁਸ਼ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਇੱਕ ਹਾਥੀ ਦਾਨ ਵਜੋਂ ਦੇ ਦਿੱਤਾ। ਹੁਣ ਹਾਥੀ ਦੀ ਕੀਮਤ ਦੇਖੋ ਕਿੰਨੀ ਹੁੰਦੀ ਹੈ, ਅੱਜ ਦੇ ਸਮੇਂ ਵਿੱਚ ਦੇਖ ਲਓ ਕਿੰਨੀ ਹੈ, ਉਹਨਾਂ ਵੇਲਿਆਂ 'ਚ ਤਾਂ ਬਹੁਤ ਜ਼ਿਆਦਾ ਹੋਵੇਗੀ ਕਿਉਂਕਿ ਹੋਰ ਕੋਈ ਸਵਾਰੀ ਦੇ ਸਾਧਨ ਹੀ ਨਹੀਂ ਹੁੰਦੇ ਸਨ। ਸਭ ਤੋਂ ਜੇ ਕੋਈ ਮਹਿੰਗਾ ਸਾਧਨ ਸੀ ਸਵਾਰੀ ਦਾ ਉਹਨਾਂ ਵੇਲਿਆਂ ਵਿੱਚ ਤੇ ਹਾਥੀ ਹੁੰਦਾ ਸੀ। ਰਾਜੇ ਮਹਾਰਾਜੇ ਹਾਥੀਆਂ ਦੀ ਸਵਾਰੀ ਕਰਦੇ। ਗੁਰੂ ਮਹਾਰਾਜ ਨੇ ਕਵੀ ਦੀ ਕਵਿਤਾ ਤੋਂ ਖੁਸ਼ ਹੋ ਕੇ ਇੱਕ ਹਾਥੀ ਉਹਨੂੰ ਦਾਨ ਵਜੋਂ ਦੇ ਦਿੱਤਾ। ਜਦੋਂ ਹਾਥੀ ਦਾਨ ਵਜੋਂ ਦੇ ਦਿੱਤਾ, ਕਵੀ ਨੇ ਹਾਥੀ ਲੈ ਤਾਂ ਲਿਆ ਪਰ ਪਾਸੇ ਜੇ ਹੋ ਕੇ ਬੜਾ ਫਿਕਰ ਦੇ ਵਿੱਚ ਮਾਯੂਸ ਜਿਹਾ ਹੋ ਕੇ ਬੈਠ ਗਿਆ। ਉਹ ਦੂਜੇ ਨਾਲ ਵਾਲੇ ਕਵੀ ਉਹਨੂੰ ਕੂਣੀਆਂ ਮਾਰਦੇ ਆ, ਕਹਿੰਦੇ ਵੀ ਤੈਨੂੰ ਤਾਂ ਬੜਾ ਖੁਸ਼ ਹੋਣਾ ਚਾਹੀਦਾ, ਗੁਰੂ ਮਹਾਰਾਜ ਨੇ ਤੈਨੂੰ ਹਾਥੀ ਬਖਸ਼ ਦਿੱਤਾ, ਇੰਨੀ ਵੱਡੀ ਬਖਸ਼ਿਸ਼ ਕਰ ਦਿੱਤੀ, ਤੂੰ ਕਾਹਨੂੰ ਐਵੇਂ ਅਫਸੋਸ ਜੇ ਦੇ ਵਿੱਚ ਬੈਠਾ, ਕਾਹਦੀ ਚਿੰਤਾ ਹੈ ਤੈਨੂੰ। ਉਹ ਕਵੀ ਸੁਣ ਕੇ ਦੂਜੇ ਕਵੀਆਂ ਨੂੰ ਕਹਿੰਦਾ ਜੀ ਮੈਂ ਆ ਬੜਾ ਗਰੀਬ ਅਤੇ ਗੁਰੂ ਮਹਾਰਾਜ ਨੇ ਮੈਨੂੰ ਬਖਸ਼ ਦਿੱਤਾ ਹਾਥੀ, ਪਰ ਕਹਿੰਦਾ ਹੁਣ ਮੈਨੂੰ ਫਿਕਰ ਇਹ ਹੈ ਵੀ ਮੈਨੂੰ ਤਾਂ ਆਪਣੇ ਖਾਣ ਦੇ ਲਈ ਰੋਟੀ ਮਸਾਂ ਨਸੀਬ ਹੁੰਦੀ ਹੈ, ਹਾਥੀ ਨੂੰ ਖਿਲਾਊਂਗਾ ਕੀ ਮੈਂ, ਇਹਨੂੰ ਕੀ ਖਵਾਊਂਗਾ। ਗੁਰੂ ਮਹਾਰਾਜ ਦੇ ਕੰਨੀ ਕਿਤੇ ਬਚਨ ਪੈ ਗਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਵੀ ਨੂੰ ਕੋਲ ਬੁਲਾਇਆ, ਕਹਿੰਦੇ ਕਵੀਆ ਕਾਹਨੂੰ ਫਿਕਰ ਕਰਦਾ, ਗੁਰੂ ਘਰ ਵਿੱਚ ਕਵਿਤਾ ਸੁਣਾਈ ਹੈ, ਤੈਨੂੰ ਨਿਰਾਸ਼ ਹੋ ਕੇ ਥੋੜ੍ਹੇ ਜਾਣ ਦੇਵਾਂਗੇ। ਕਹਿੰਦੇ ਫਲਾ ਝੋਲੀ। ਉਹਨੇ ਪੱਲਾ ਵਿਛਾਇਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਢਾਲਾ ਭਰ ਕੇ ਨਾ, ਜਿਹੜੇ ਢਾਲਾਂ ਹੁੰਦੀਆਂ ਸਾਧ ਸੰਗਤ ਜੀ ਬਾਰ ਰੋਕਣ ਵਾਲੀਆਂ, ਵੱਡਾ ਸਾਰਾ ਢਾਲਾ ਭਰ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੋਨਾ ਦੀਆਂ ਮੋਹਰਾਂ ਦਾ ਉਹ ਕਵੀ ਦੇ ਪੱਲੇ ਵਿੱਚ ਪਾ ਦਿੱਤਾ। ਕਹਿੰਦੇ ਆ ਲੈ ਕਵੀਆ, ਕਹਿੰਦੇ ਇੱਕ ਹਾਥੀ ਕੀ ਭਾਵੇਂ ਕਹਿੰਦੇ 31 ਹਾਥੀ ਹੋਰ ਰੱਖ ਲੈ ਇਹੋ ਜਿਹੇ, ਕਹਿੰਦੇ ਖਵਾਈ ਜਾਈ ਕਦੇ ਮੁੱਕਣਾ ਨਹੀਂ, ਨਾਲੇ ਤੂੰ ਐਸ਼ ਕਰੇਂਗਾ ਨਾਲੇ ਹਾਥੀ ਐਸ਼ ਕਰੂਗਾ। ਉਹ ਗੁਰੂ ਮਹਾਰਾਜ ਬਹੁਤ ਵੱਡੀਆਂ ਬਖਸ਼ਿਸ਼ਾਂ ਕਰ ਦਿੰਦੇ ਸਨ, ਕਵੀਆਂ ਦੇ ਇੰਨੇ ਕਦਰਦਾਨ ਸਨ। ਹੁਣ ਉਹ ਕਵੀ ਤਾਂ ਖੁਸ਼ ਹੋ ਗਿਆ, ਗੁਰੂ ਮਹਾਰਾਜ ਦੇ ਕੋਲੋਂ ਹਾਥੀ ਵੀ ਮਿਲ ਗਿਆ ਅਤੇ ਸਾਰੀ ਉਮਰ ਵਾਸਤੇ ਅਮੀਰ ਵੀ ਹੋ ਗਿਆ, ਧਨ ਪਦਾਰਥ ਵੀ ਬਹੁਤ ਮਿਲ ਗਿਆ। ਇੰਨੇ ਨੂੰ ਬਾਕੀ ਦੇ ਕਵੀ ਮਾਯੂਸ ਜਿਹੇ ਹੋ ਕੇ ਬਹਿ ਗਏ। ਗੁਰੂ ਮਹਾਰਾਜ ਕਹਿੰਦੇ ਵੀ ਤੁਹਾਨੂੰ ਕੀ ਹੋ ਗਿਆ, ਹੁਣ ਤੁਸੀਂ ਕਾਹਨੂੰ ਇੰਨਾ ਅਫਸੋਸ ਕਰੀ ਜਾਂਦੇ ਹੋ। ਕਹਿੰਦੇ ਮਹਾਰਾਜ ਅਫਸੋਸ ਸਾਨੂੰ ਇਸ ਗੱਲ ਦਾ ਨਹੀਂ ਵੀ ਤੁਸੀਂ ਇਸ ਕਵੀ ਨੂੰ ਐਡੀ ਵੱਡੀ ਬਖਸ਼ਿਸ਼ ਕਿਉਂ ਕਰ ਦਿੱਤੀ, ਇਸ ਗੱਲ ਦਾ ਅਫਸੋਸ ਨਹੀਂ ਹੈ। ਸਤਿਗੁਰੂ ਕਹਿੰਦੇ ਹੋਰ ਅਫਸੋਸ ਕਾਹਦਾ। ਕਹਿੰਦੇ ਸਤਿਗੁਰੂ ਜੀ ਅਸੀਂ ਸੋਚਦੇ ਹਾਂ ਹੁਣ ਤੇ ਆਪ ਜੀ ਸਰੀਰਕ ਜਾਮੇ ਵਿੱਚ ਬਿਰਾਜਮਾਨ ਹੋ, ਸਾਡੀ ਇੱਕ ਇੱਕ ਕਵਿਤਾ ਤੋਂ ਖੁਸ਼ ਹੋ ਕੇ ਹਾਥੀ ਬਖਸ਼ ਦਿੰਦੇ ਹੋ, ਸੋਨੇ ਦੇ ਥਾਲ ਭਰ ਭਰ ਕੇ ਸਾਨੂੰ ਦੇ ਦਿੰਦੇ ਹੋ, ਅਤੇ ਮਹਾਰਾਜ ਜਦੋਂ ਆਪ ਜੀ ਸਰੀਰਕ ਤੌਰ ਦੇ ਉੱਤੇ ਓਹਲਾ ਕਰ ਜਾਓਗੇ ਫਿਰ ਸਾਡਾ ਕਵੀਆਂ ਦਾ ਕੀ ਬਣੇਗਾ, ਫਿਰ ਸਾਨੂੰ ਕੌਣ ਇਹੋ ਜਿਹੀਆਂ ਬਖਸ਼ਿਸ਼ਾਂ ਕਰਿਆ ਕਰੇਗਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਵੀਓ ਬਸ ਤੁਸੀਂ ਫਿਕਰ ਕਾਹਨੂੰ ਕਰਦੇ ਹੋ। ਕਹਿੰਦੇ ਮੇਰੇ ਜਾਣ ਤੋਂ ਬਾਅਦ ਆ ਜਿਹੜੀ ਗੁਰੂ ਕੀ ਸੰਗਤ ਹੈ ਇਹ ਮੇਰੇ ਵਾਲੀ ਡਿਊਟੀ ਨਿਭਾਏਗੀ, ਆ ਗੁਰੂ ਕੀ ਸੰਗਤ ਤੁਹਾਨੂੰ ਭੇਟਾ ਦਿਆ ਕਰੇਗੀ ਵਿਦਵਾਨਾਂ ਨੂੰ। ਇਸ ਕਰਕੇ ਭਾਈ ਜਦੋਂ ਆਪਾਂ ਗੁਰਦਰਬਾਰ ਸਜਿਆ ਹੋਵੇ, ਕੋਈ ਢਾਡੀ ਸਿੰਘ ਲੱਗਿਆ ਹੋਵੇ, ਕਵੀਸ਼ਰ ਸਿੰਘ ਲੱਗਿਆ ਹੋਵੇ, ਰਾਗੀ ਜਥਾ, ਕੋਈ ਕਥਾਵਾਚਕ ਵਿਦਵਾਨ ਸੰਤ ਮਹਾਂਪੁਰਖ ਗੁਰੂ ਕੀ ਗੱਲਬਾਤ ਜਦੋਂ ਆਪਾਂ ਨੂੰ ਸੁਣਾ ਰਿਹਾ ਹੁੰਦਾ ਨਾ, ਉਸ ਵੇਲੇ ਆਪਾਂ ਜਿਹੜਾ ਆ ਗੋਲਕ ਦੇ ਵਿੱਚ ਆਪਣੀ ਦਸਵੰਧ ਸੇਵਾ ਭੇਟ ਕਰਦੇ ਹਾਂ, ਕਥਾ ਕੀਰਤਨ ਦੀ ਭੇਟਾ ਸਨਮਾਨ ਵਜੋਂ ਰੱਖਦੇ ਹਾਂ, ਇਹ ਗੁਰੂ ਮਹਾਰਾਜ ਨੇ ਆਪਣੀ ਡਿਊਟੀ ਲਾਈ ਹੈ। ਸਰੀਰਕ ਜਾਮੇ ਵਿੱਚ ਸਤਿਗੁਰੂ ਜੀ ਆਪ ਬਖਸ਼ਿਸ਼ ਕਰਦੇ ਰਹੇ
ਤੇ ਸਤਿਗੁਰੂ ਦਾ ਬਚਨ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਦੇ ਵਿੱਚ ਗੁਰੂ ਮਹਾਰਾਜ ਦਾ ਆਪਣਾ ਵਾਸਾ ਹੈ। ਇਸ ਕਰਕੇ ਤੁਹਾਨੂੰ ਪ੍ਰੇਰਨਾ ਕਰਕੇ ਸਤਿਗੁਰੂ ਜੀ ਕਹਿੰਦੇ ਆ ਵੀ ਭਾਈ ਚਲੋ ਉੱਠੋ, ਕਥਾ ਕੀਰਤਨ ਹੋ ਰਿਹਾ ਤੇ ਆਪਾਂ ਆ ਗੋਲਕ ਦੇ ਵਿੱਚ ਕਥਾਵਾਚਕਾਂ ਵਾਸਤੇ, ਕੀਰਤਨੀਏ ਸਿੰਘਾਂ ਵਾਸਤੇ ਕੋਈ ਨਾ ਕੋਈ ਭੇਟਾ ਪਾ ਦਈਏ। ਇਸ ਕਰਕੇ ਆਪਾਂ ਇਹ ਭੇਟਾ ਰੱਖਦੇ ਹਾਂ, ਗੁਰੂ ਮਹਾਰਾਜ ਵੱਲੋਂ ਲਾਈ ਹੋਈ ਆਪਾਂ ਡਿਊਟੀ ਨੂੰ ਨਿਭਾਉਂਦੇ ਹਾਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਇੰਨੇ ਕਵੀਆਂ ਦੇ ਕਦਰਦਾਨ ਸਨ ਕਿ ਬਹੁਤ ਜ਼ਿਆਦਾ ਧਨ ਪਦਾਰਥ ਉਹਨਾਂ ਨੂੰ ਜਿੰਨਾ ਉਹ ਚਿੱਤ ਦੇ ਵਿੱਚ ਚਾਹੁੰਦੇ ਬਖਸ਼ ਦਿੰਦੇ ਸਨ। ਭਾਰਤ ਆਦਿਕ ਗ੍ਰੰਥ ਬਨਾਈ। ਮਹਾਭਾਰਤ ਦੇ ਕਈ ਪ੍ਰਸੰਗਾਂ ਦਾ ਤਰਜਮਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਕੇ ਸ਼੍ਰੀ ਦਸਮ ਗ੍ਰੰਥ ਆਦਿਕ ਗ੍ਰੰਥ ਰਚੇ। ਛੰਦ ਬੰਦ ਗੁਨੀਆਂ ਮਨ ਭਾਈ। ਔਰ ਐਸੀ ਛੰਦਾਬੰਦੀ, ਐਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਮਾਲ ਦੀ ਲੇਖਣੀ ਹੈ ਕਿ ਗੁਣੀ ਜਨਾਂ ਦੇ ਮਨ ਨੂੰ ਭਾਉਂਦਾ ਹੈ। ਜਿਹੜੇ ਗੁਣੀ ਜਨ ਲੋਕ ਹਨ ਅੱਜ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਮਾਲ ਦੀ ਸ਼ਾਇਰੀ ਨੂੰ ਦੇਖ ਕੇ ਆਸ਼ਾਸ਼ ਕਰ ਉੱਠਦੇ ਹੈ। ਸਤਿਗੁਰ ਸੱਚੇ ਪਾਤਸ਼ਾਹ ਇੱਕੋ ਇੱਕ ਅੱਖਰ ਦੇ ਉੱਤੇ ਕਿੰਨੀਆਂ ਕਿੰਨੀਆਂ ਤੁਕਾਂ ਇੱਕੋ ਇੱਕ ਅੱਖਰ ਨੂੰ ਵਰਤ ਕੇ ਕਮਾਲੇ ਕਰਾਮਾਤ ਕਾਇਮ ਕਰੀਮ ਰਜਾ ਕੁਲ ਰਾਜਕ ਰਿਹਾ ਕੁਲ ਰਹੀਮ, ਕਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਦੇਖੋ ਪਹਿਲੀ ਪੰਕਤੀ ਵਿੱਚ ਕੱਕਾ ਹੀ ਵਰਤਿਆ ਸਾਰੇ, ਤਾਂ ਦੂਜੀ ਪੰਕਤੀ ਵਿੱਚ ਸਾਰੇ ਰਾਰਾ ਹੀ ਵਰਤਿਆ। ਕਮਾਲ ਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਲੇਖਣੀ ਹੈ ਔਰ ਗੁਣੀ ਜਨਾਂ ਦੇ ਮਨ ਨੂੰ ਭਾਉਂਦੀ ਹੈ। ਅੱਜ ਵੀ ਗੁਣੀ ਜਨ ਲੋਕ ਕਦਰ ਕਰਦੇ ਆ, ਭਾਵਨਾ ਕਰਦੇ ਆ ਸਤਿਗੁਰੂ ਦੀ ਬਾਣੀ ਉੱਤੇ, ਪਰ ਜਿਨ੍ਹਾਂ ਦੇ ਮਾੜੇ ਕਰਮ ਹੈ ਭਾਈ ਉਹ ਸਤਿਗੁਰੂ ਦੀ ਬਾਣੀ ਉੱਤੇ ਵੀ ਸ਼ੰਕਾ ਕਰਦੇ ਆ। ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਸ਼ੰਕਾ, ਜੀ ਇਹ ਦਸਮ ਗ੍ਰੰਥ ਦੀ ਬਾਣੀ ਇਹ ਸਤਿਗੁਰੂ ਦੀ ਰਚਨਾ ਨਹੀਂ ਹੋ ਸਕਦੀ, ਸਤਿਗੁਰੂ ਜੀ ਆਹ ਨਹੀਂ ਲਿਖ ਸਕਦੇ, ਸਤਿਗੁਰੂ ਉਹ ਨਹੀਂ ਲਿਖ ਸਕਦੇ। ਨਹੀਂ ਭਾਈ, ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ ਉਹਦਾ ਅੱਖਰ ਅੱਖਰ ਦੇ ਉੱਤੇ ਸਾਨੂੰ ਗੁਰੂ ਭਾਵਨਾ ਕਰਕੇ ਨਤਮਸਤਕ ਹੋਣਾ ਚਾਹੀਦਾ, ਭਾਵਨਾ ਰੱਖਣੀ ਚਾਹੀਦੀ ਹੈ। ਜੋ ਸਤਿਗੁਰੂ ਨੇ ਉਪਦੇਸ਼ ਦੇਣਾ ਚਾਹਿਆ, ਜੋ ਸਿੱਖਿਆ ਦਿੱਤੀ ਹੈ ਉਹਦੇ ਉੱਤੇ ਅਮਲ ਕਰੀਏ। ਔਰ ਕਵੀ ਜੀ ਇੱਥੇ ਕਹਿ ਰਹੇ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਹੈ ਕਵੀ ਜਨਾਂ ਦੇ ਗੁਣੀ ਜਨਾਂ ਦੇ ਮਨ ਨੂੰ ਭਾਉਂਦੀ ਹੈ। ਜਿਵੇਂ ਕਹਿੰਦੇ ਬਿਕਰਮਾਜੀਤ ਰਾਜਾ ਹੋਇਆ, ਬੜਾ ਉਦਾਰ, ਬੜਾ ਸ੍ਰੇਸ਼ਟ, ਬੜਾ ਦਾਨੀ ਰਾਜਾ ਹੋਇਆ ਹੈ। ਔਰ ਉਹ ਜਿਹੜਾ ਬਿਕਰਮਾਜੀਤ ਜਾਂ ਬਿਕਰਮਾਦੱਤ ਰਾਜਾ ਹੈ ਉਹਨੇ ਸਾਧ ਸੰਗਤ ਜੀ ਇੰਨਾ ਦਾਨ ਕੀਤਾ, ਇੰਨਾ ਦਾਨ ਦਿੱਤਾ ਹੈ ਕਿ ਉਹਦਾ ਜਸ ਜਿਹੜਾ ਚਾਰੇ ਲੋਕਾਂ ਦੇ ਸਾਰੇ ਪਾਸੇ ਸਾਧ ਸੰਗਤ ਚਾਰੇ ਦਿਸ਼ਾਵਾਂ ਵਿੱਚ ਉਹਦੇ ਰਾਜ ਦੇ ਵਿੱਚ ਫੈਲਿਆ ਹੋਇਆ ਸੀ। ਕਿਉਂਕਿ ਸਾਧ ਸੰਗਤ ਇਹਨੇ ਆਪਣੇ ਹਰ ਇੱਕ ਸ਼ਹਿਰ ਦੇ ਵਿੱਚ, ਹਰ ਇੱਕ ਨਗਰ ਦੇ ਵਿੱਚ ਛੇਤਰ ਲਾਏ ਹੋਏ ਸੀ। ਆਪਾਂ ਲੰਗਰ ਕਹਿ ਦਿੰਦੇ ਆ, ਸਨਾਤਨ ਮਤੀਏ ਛੇਤਰ ਕਹਿ ਦਿੰਦੇ ਆ ਸਾਧੂ ਮਹਾਤਮਾ। ਹਰ ਜਗ੍ਹਾ ਜਗ੍ਹਾ ਦੇ ਉੱਤੇ ਲੰਗਰ ਚੱਲਦੇ ਸੀ। ਰਾਜੇ ਬਿਕਰਮਾਜੀਤ ਦੇ ਰਾਜ ਵਿੱਚ ਕੋਈ ਵੀ ਭੁੱਖਾ ਨਹੀਂ ਸੀ ਸੌਂਦਾ, ਹਰ ਇੱਕ ਨੂੰ ਅੰਨ ਮਿਲਦਾ ਸੀ, ਹਰ ਇੱਕ ਨੂੰ ਭੋਜਨ ਦੀ ਪ੍ਰਾਪਤੀ ਹੁੰਦੀ ਸੀ। ਹਰ ਇੱਕ ਸ਼ਹਿਰ, ਹਰ ਇੱਕ ਪਿੰਡ, ਹਰ ਇੱਕ ਗਲੀ ਮੁਹੱਲੇ ਵਿੱਚ ਲੰਗਰ ਚੱਲਦੇ। ਰਾਜਾ ਬਿਕਰਮਾਜੀਤ ਜਿਨ੍ਹਾਂ ਦੇ ਨਾਮ ਦੇ ਉੱਤੇ ਬਿਕਰਮੀ ਸੰਮਤ ਚੱਲਦਾ ਹੈ। ਔਰ ਇਹ ਵੀ ਮੈਂ ਆਪ ਜੀ ਨੂੰ ਦੱਸ ਦੇਵਾਂ ਕਿ ਬਿਕਰਮੀ ਸੰਮਤ ਅਤੇ ਈਸਵੀ ਸਨ ਇਹਨਾਂ ਦਾ ਆਪਸ ਵਿੱਚ 57 ਵਰ੍ਹਿਆਂ ਦਾ ਫਰਕ ਹੈ। ਜੇਕਰ ਕੋਈ ਤਾਰੀਖ ਈਸਵੀ ਸਨ ਦਾ ਦਿੱਤੀ ਹੋਵੇ, ਈਸਵੀ ਸਨ ਦਾ ਸਾਲ ਦਿੱਤਾ ਹੋਵੇ, ਉਹਨੂੰ ਬਿਕਰਮੀ ਸੰਮਤ ਵਿੱਚ ਬਦਲਣਾ ਹੋਵੇ ਨਾ ਤਾਂ ਉਹਦੇ ਵਿੱਚ 57 ਸਾਲ ਜੋੜ ਲਏ ਜਾਂਦੇ ਹੈ। ਅਤੇ ਜੇ ਬਿਕਰਮੀ ਵਾਲਾ ਸਾਲ ਹੋਵੇ ਉਹਨੂੰ ਈਸਵੀ ਬਣਾਉਣਾ ਹੋਵੇ ਤਾਂ 57 ਸਾਲ ਉਹਦੇ ਵਿੱਚੋਂ ਘਟਾ ਲਓ ਤਾਂ ਉਹ ਈਸਵੀ ਸਨ ਬਣ ਜਾਏਗਾ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਈਸਵੀ ਸਨ ਦੇ ਮੁਤਾਬਕ ਆਪਾਂ ਮੰਨਦੇ ਹਾਂ ਕਿ 1666 ਈਸਵੀ ਦੇ ਵਿੱਚ ਆਗਮਨ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ। ਇਹਦੇ ਵਿੱਚ 57 ਸਾਲ ਜੋੜ ਕੇ 1723 ਬਿਕਰਮੀ ਸੰਮਤ ਬਣ ਜਾਂਦਾ। ਸੋ ਇਸੇ ਪ੍ਰਕਾਰ 57 ਸਾਲ ਜੋੜ ਲਵਾਂਗੇ ਤਾਂ ਬਿਕਰਮੀ ਈਸਵੀ ਦੇ ਵਿੱਚ, ਅਤੇ ਜੇ ਬਿਕਰਮੀ ਸੰਮਤ ਦੇ ਵਿੱਚ 57 ਵਰ੍ਹੇ ਘਟਾ ਲਈਏ ਤਾਂ ਉਹ ਈਸਵੀ ਸਨ ਬਣ ਜਾਂਦਾ। 57 ਸਾਲਾਂ ਦਾ ਫਰਕ ਆ। ਉਹ ਬਿਕਰਮੀ ਸੰਮਤ ਇਸ ਰਾਜਾ ਬਿਕਰਮਾਜੀਤ ਜਾਂ ਬਿਕਰਮਾਦੱਤ ਦੋਵੇਂ ਨਾਂ ਆਉਂਦੇ ਆ, ਉਹਨਾਂ ਦੇ ਨਾਮ ਤੋਂ ਦੁਨੀਆ ਦੇ ਵਿੱਚ ਪ੍ਰਚਲਿਤ ਹੈ। ਸੋ ਸਾਧ ਸੰਗਤ ਜੀ ਉਹ ਬਹੁਤ ਮਹਾਨ ਦਾਨੀ ਰਾਜਾ ਔਰ ਮਹਾਨ ਮਹਾਂਪੁਰਖ ਹੋਇਆ, ਉਹਦੇ ਨਾਮ ਦੇ ਉੱਤੇ ਬਿਕਰਮੀ ਸੰਮਤ ਹੈ, ਜਿਹਨੂੰ ਅੱਜ ਕੱਲ੍ਹ ਦੇ ਜ਼ਿਆਦਾ ਚਤੁਰ ਕਹਾਉਣ ਵਾਲੇ ਲੋਕ, ਜ਼ਿਆਦਾ ਆਪਣੇ ਆਪ ਨੂੰ ਪੜ੍ਹੇ ਲਿਖੇ ਕਹਾਉਣ ਵਾਲੇ ਬ੍ਰਾਹਮਣਾਂ ਦਾ ਆਖੀ ਜਾਂਦੇ ਆ। ਉਹ ਬ੍ਰਾਹਮਣ ਨਹੀਂ ਸੀ। ਸੋ ਉਹ ਦਾਨੀ ਪੁਰਸ਼ ਸੀ, ਮਹਾਂਪੁਰਸ਼ ਸੀ। ਉਹਨੇ ਬਹੁਤ ਪੁੰਨ ਦਾਨ ਕਰਨਾ ਅਤੇ ਉਹਦਾ ਜਸ, ਕਿਉਂਕਿ ਸਾਧ ਸੰਗਤ ਜਿਹੜਾ ਹੁਣ ਚੰਗਾ ਬੰਦਾ ਹੋਵੇਗਾ ਉਹਦਾ ਜਸ ਤਾਂ ਆਸੇ ਪਾਸੇ ਫੈਲਣਾ ਹੀ ਹੈ। ਸਤਿਗੁਰੂ ਦੀ ਬਾਣੀ ਦੇ ਬਚਨ ਹਨ, ਸੱਚੇ ਮਾਰਗ ਚੱਲਦਿਆਂ
ਉਸਤਤ ਕਰੇ ਜਹਾਨ। ਜਿਹੜਾ ਸੱਚ ਦੇ ਮਾਰਗ ਦੇ ਉੱਤੇ, ਸੱਚ ਦੇ ਰਸਤੇ ਉੱਤੇ ਚੱਲੇਗਾ, ਸਾਰਾ ਜਹਾਨ, ਸਾਰਾ ਜਗਤ, ਸਾਰਾ ਸੰਸਾਰ ਉਹਦੀ ਉਸਤਤੀ ਕਰਦਾ, ਉਹਦੀ ਵਡਿਆਈ ਕਰਦਾ। ਇਹਦੀ ਜਦੋਂ ਵਡਿਆਈ ਚਾਰੇ ਪਾਸੇ ਬਹੁਤ ਫੈਲੀ, ਇੱਕ ਦਿਨ ਆਪਣੇ ਵਜ਼ੀਰ ਨੂੰ, ਆਪਣੇ ਮੰਤਰੀ ਨੂੰ ਪੁੱਛਦਾ ਹੈ। ਰਾਜਾ ਬਿਕਰਮਾਜੀਤ ਕਹਿਣ ਲੱਗਾ, ਕਹਿੰਦਾ ਮੰਤਰੀ ਸਾਹਿਬ, ਕਹਿੰਦਾ ਮੈਨੂੰ ਇੱਕ ਗੱਲ ਦੱਸੋ ਵੀ ਮੇਰਾ ਇੰਨਾ ਜਸ, ਮੇਰੀ ਇੰਨੀ ਮਹਿਮਾ ਕਿਵੇਂ ਫੈਲੀ ਹੈ, ਮੈਨੂੰ ਇੰਨਾ ਵੱਡਾ ਰਾਜ ਭਾਗ ਕਿਵੇਂ ਮਿਲ ਗਿਆ। ਤਾਂ ਮੰਤਰੀ ਕਹਿਣ ਲੱਗਾ, ਜੀ ਮੈਨੂੰ ਤਾਂ ਇਸ ਬਾਰੇ ਪਤਾ ਨਹੀਂ, ਪਰ ਆਪਣਾ ਜਿਹੜਾ ਕਥਾਕਾਰ ਹੈ ਨਾ, ਕਥਾਵਾਚਕ ਬ੍ਰਾਹਮਣ ਰਾਜ ਪੁਰੋਹਿਤ ਆਪਾਂ ਰੱਖਿਆ ਹੋਇਆ, ਉਹਦੀ ਲੜਕੀ ਨੂੰ ਇਸ ਬਾਰੇ ਜ਼ਰੂਰ ਪਤਾ। ਕਹਿੰਦਾ ਉਹ ਕਹਿੰਦੀ ਹੁੰਦੀ ਹੈ ਵੀ ਮੈਂ ਵੀ ਰਾਜੇ ਬਿਕਰਮਾਜੀਤ ਨੇ ਜਦੋਂ ਪਿਛਲੇ ਜਨਮ ਵਿੱਚ ਭਗਤੀ ਕੀਤੀ ਹੈ, ਇਹਦੇ ਨਾਲ ਹੀ ਹੁੰਦੀ ਸੀ। ਰਾਜੇ ਨੇ ਉਹ ਲੜਕੀ ਨੂੰ ਬੁਲਾ ਲਿਆ, ਬ੍ਰਾਹਮਣ ਦੀ ਨੂੰ। ਉਹ ਪੁਰੋਹਿਤ ਦੀ ਲੜਕੀ ਨੂੰ ਜਦੋਂ ਪੁੱਛਿਆ ਵੀ ਤੂੰ ਮੇਰੇ ਪਿਛਲੇ ਜਨਮ ਬਾਰੇ ਜਾਣਦੀ ਹੈ, ਉਹ ਕਹਿੰਦੀ ਹਾਂਜੀ ਜਾਣਦੀ ਹੈ। ਕਹਿੰਦੇ ਫਿਰ ਦੱਸ ਵੀ ਮੈਨੂੰ ਇੰਨਾ ਵੱਡਾ ਰਾਜ ਭਾਗ ਇਹ ਕਿਹੜੇ ਫਲ ਦੀ ਪ੍ਰਾਪਤੀ ਹੋਈ ਹੈ, ਕਿਹੜਾ ਪੁੰਨ ਕਰਮ ਮੈਂ ਐਸਾ ਕੀਤਾ ਜਿਸ ਕਰਕੇ ਮੈਨੂੰ ਐਡਾ ਵੱਡਾ ਰਾਜ ਭਾਗ ਪ੍ਰਾਪਤ ਹੋ ਗਿਆ ਹੈ। ਕਹਿਣ ਲੱਗੀ, ਜੀ ਦੱਸ ਮੈਂ ਵੀ ਸਕਦੀ ਹਾਂ, ਪਰ ਮੈਂ ਨਹੀਂ ਦੱਸਣਾ। ਜੰਗਲ ਦੇ ਵਿੱਚ ਜਾਓ, ਤੁਹਾਡੇ ਭਗਤੀ ਵੇਲੇ ਦੇ 3 ਸਾਥੀ ਜੰਗਲ ਵਿੱਚ ਬੈਠੇ ਆ, ਉਹ ਤੁਹਾਨੂੰ ਦੱਸਣਗੇ। ਰਾਜੇ ਨੇ ਕਿਹਾ ਚਲੋ ਠੀਕ ਹੈ। ਘੋੜੇ ਦੇ ਉੱਤੇ ਸਵਾਰ ਹੋਇਆ, ਜੰਗਲ ਵਿੱਚ ਚਲੇ ਗਿਆ। ਅੱਗੇ ਲੜਕੀ ਦੇ ਦੱਸਣ ਮੁਤਾਬਕ 3 ਮਹਾਤਮਾ ਬੈਠੇ ਹੈ। ਪਹਿਲੇ ਕੋਲ ਗਿਆ, ਜਾ ਕੇ ਕੀ ਦੇਖਦਾ ਵੀ ਉਹ ਸਵਾਹ ਖਾਈ ਜਾਂਦਾ ਹੈ, ਰਾਖ ਹੀ ਭਖਣ ਕਰੀ ਜਾਂਦਾ। ਉਹਦੇ ਕੋਲ ਜਾ ਕੇ ਰਾਜਾ ਪੁੱਛਦਾ, ਕਹਿੰਦਾ ਵੀ ਤੂੰ ਮੇਰਾ ਪਿਛਲੇ ਜਨਮ ਦਾ ਸਾਥੀ ਆ। ਉਹ ਕਹਿਣ ਲੱਗਾ, ਜੀ ਹਾਂ ਸਾਥੀ ਆ। ਤੇ ਕਹਿੰਦਾ ਮੈਨੂੰ ਤੂੰ ਆਹ ਦੱਸ ਵੀ ਤੂੰ ਸਵਾਹ ਕਾਹਤੋਂ ਭੱਖੀ ਜਾਂਦਾ ਹੈ। ਕਹਿੰਦਾ ਜੀ ਮੈਂ ਨਹੀਂ ਦੱਸਣਾ, ਮੇਰੇ ਤੋਂ ਅਗਲਾ ਦੱਸੂਗਾ ਤੁਹਾਨੂੰ। ਮੈਨੂੰ ਰਾਜ ਭਾਗ ਕਿਵੇਂ ਪ੍ਰਾਪਤ ਹੋਇਆ, ਕਹਿੰਦਾ ਇਹ ਵੀ ਨਹੀਂ ਦੱਸਣਾ, ਇਹ ਵੀ ਅਗਲਾ ਦੱਸੂ। ਉਹਨੇ ਦੂਜੇ ਕੋਲ ਭੇਜ ਦਿੱਤਾ। ਦੂਜੇ ਤਪਸਵੀ ਕੋਲ, ਮਹਾਤਮਾ ਕੋਲ ਗਿਆ। ਕੀ ਦੇਖਦਾ ਕਿ ਉਹ ਕੋਲੇ ਚੱਕ ਚੱਕ ਕੇ ਖਾ ਰਿਹਾ ਅੱਗ ਦੇ ਵਿੱਚ। ਉਹਨੂੰ ਪੁੱਛਿਆ ਵੀ ਤੂੰ ਹਾਂ ਕੀ ਕੰਮ ਕਰਨ ਲੱਗਿਆ, ਕੋਲੇ ਕਾਹਨੂੰ ਖਾਨਾ ਹੈ, ਤੇ ਨਾਲੇ ਮੇਰਾ ਇੱਕ ਸਵਾਲ ਹੈ ਵੀ ਮੈਨੂੰ ਇੰਨੇ ਵੱਡੇ ਰਾਜ ਭਾਗ ਦੀ ਪ੍ਰਾਪਤੀ ਕਿਵੇਂ ਹੋਈ। ਕਹਿੰਦਾ ਜੀ ਮੈਂ ਨਹੀਂ ਦੱਸਣਾ, ਮੇਰੇ ਤੋਂ ਅਗਲਾ ਦੱਸੇਗਾ। ਤੀਜੇ ਕੋਲ ਚਲਿਆ ਗਿਆ। ਜਦੋਂ ਤੀਜੇ ਕੋਲੇ ਗਿਆ, ਉਹ ਭੁੱਖਾ ਤੇ ਹਾਇਆ ਮਰੀ ਜਾਵੇ, ਸਰੀਰ ਸੁੱਕਿਆ ਹੋਇਆ ਉਹਦਾ। ਕਹਿੰਦਾ ਵੀ ਤੂੰ ਦੱਸ ਦੇ ਮੈਨੂੰ ਰਾਜ ਭਾਗ ਕਾਹਤੋਂ ਮਿਲਿਆ, ਤੇ ਤੂੰ ਇੰਨਾ, ਤੇਰਾ ਸਰੀਰ ਸੁੱਕ ਕੇ ਤੀਲਾ ਕਿਉਂ ਬਣਿਆ, ਇੰਨਾ ਦੁਰਬਲ ਕਿਉਂ ਹੈ। ਕਹਿੰਦਾ ਜੀ ਮੈਂ ਵੀ ਨਹੀਂ ਦੱਸਣਾ। ਇਹ ਕਹਿੰਦੇ ਜਿਹਨੇ ਤੈਨੂੰ ਸਾਡੇ ਕੋਲ ਭੇਜਿਆ ਉਹ ਲੜਕੀ ਦੱਸੂਗੀ। ਉਹ ਤਿੰਨਾਂ ਦੇ ਕੋਲੋਂ ਨਿਰਾਸ਼ ਹੋ ਕੇ ਵਾਪਸ ਆਇਆ। ਲੜਕੀ ਨੂੰ ਫਿਰ ਬੁਲਾਇਆ, ਰਾਜ ਪੁਰੋਹਿਤ ਨੂੰ। ਰਾਜਾ ਬਿਕਰਮਾਜੀਤ ਪੁੱਛਦਾ ਹੈ, ਕਹਿੰਦਾ ਇਹ ਲੜਕੀ ਮੈਨੂੰ ਤੂੰ ਹੀ ਦੱਸ ਵੀ ਮੈਨੂੰ ਕਿਹੜੇ ਰਾਜ ਭਾਗ ਇਹ ਰਾਜ ਭਾਗ ਜਿਹੜਾ ਕਿਹੜੇ ਪੁੰਨ ਕਰਮ ਕਰਕੇ ਪ੍ਰਾਪਤ ਹੋਇਆ, ਇੰਨੇ ਵੱਡੇ ਰਾਜ ਭਾਗ ਦਾ ਮੈਂ ਕਿਵੇਂ ਮਾਲਕ ਬਣਿਆ, ਕਿਵੇਂ ਮੇਰੇ ਮਨ ਦੇ ਵਿੱਚ ਆ ਵਿਚਾਰ ਆਇਆ ਵੀ ਕੋਈ ਭੁੱਖਾ ਨਾ ਰਹੇ, ਮੈਂ ਲੰਗਰ ਲਾਵਾਂ, ਛੇਤਰ ਲਾਵਾਂ, ਅੰਨ ਦੇ ਭੰਡਾਰੇ ਲਾ ਦੇਵਾਂ। ਲੜਕੀ ਕਹਿਣ ਲੱਗੀ, ਰਾਜਨ ਉਹ ਜਿਹੜੇ 3 ਮਹਾਤਮਾ ਸੀ ਨਾ, ਉਹ ਤੇਰੇ ਪਿਛਲੇ ਜਨਮ ਦੇ ਸਾਥੀ ਹੈ। ਤੂੰ ਵੀ ਚੌਥਾ ਉਹਨਾਂ ਦੇ ਨਾਲ ਹੀ ਉਸੇ ਜਗ੍ਹਾ ਜੰਗਲ ਵਿੱਚ ਬੈਠਾ ਭਗਤੀ ਕਰਦਾ ਸੀ, ਤੇ ਮੈਂ ਵੀ ਉਸ ਵੇਲੇ ਸੀ। ਉਸ ਵੇਲੇ ਵੀ ਮੇਰਾ ਬ੍ਰਾਹਮਣਾਂ ਦੇ ਘਰ ਦਾ ਜਨਮ। ਮੇਰੇ ਮਨ ਦੀ ਬਿਰਤੀ ਕੁਝ ਐਸੀ ਸੀ ਕਿ ਜਿੱਥੇ ਵੀ ਕੋਈ ਸਾਧੂ ਮਹਾਤਮਾ ਮਿਲਦਾ, ਮੈਂ ਉਹਨਾਂ ਦੀ ਬੜੀ ਸੇਵਾ ਭਾਵਨਾ ਦੇ ਨਾਲ ਕਰਦੀ, ਉਹਨਾਂ ਨੂੰ ਭੋਜਨ ਪ੍ਰਸ਼ਾਦਾ ਛਕਾਉਂਦੀ ਹੁੰਦੀ ਸੀ। ਕਹਿੰਦੇ ਜਿੱਥੇ ਤੁਸੀਂ ਚਾਰੇ ਤਪੱਸਿਆ ਕਰਦੇ ਸੀ, ਤੁਹਾਡੇ ਵਾਸਤੇ ਵੀ ਮੈਂ ਭੋਜਨ ਲੈ ਕੇ ਜਾਂਦੀ। ਕਹਿੰਦੇ ਇੱਕ ਦਿਨ ਮੈਂ 3 ਪ੍ਰਸ਼ਾਦੇ ਲੈ ਕੇ ਤੁਹਾਡੇ ਚਾਰਾਂ ਵਾਸਤੇ ਉੱਥੇ ਗਈ। ਪਹਿਲੇ ਕੋਲ ਵੀ 3 ਪ੍ਰਸ਼ਾਦੇ ਰੱਖੇ, ਦੂਜੇ ਕੋਲ, ਤੀਜੇ ਕੋਲ, ਤੇ ਚੌਥੇ ਤੇਰੇ ਕੋਲ ਵੀ ਮੈਂ ਰੱਖ ਦਿੱਤੇ। ਕਹਿੰਦੀ ਮੈਂ ਪ੍ਰਸ਼ਾਦੇ ਰੱਖ ਕੇ ਉੱਥੋਂ ਵਾਪਸ ਆ ਗਈ। ਇੰਨੇ ਨੂੰ ਭਗਵਾਨ ਤੁਹਾਡੀ ਪ੍ਰੀਖਿਆ ਹਿਤ ਪ੍ਰਗਟ ਹੋ ਗਏ, ਤੇ ਇੱਕ ਸਾਧੂ ਦਾ ਭੇਸ ਬਣਾ ਕੇ ਉਹਨਾਂ ਨੇ ਪਹਿਲੇ ਸਾਧੂ ਕੋਲ ਆ ਕੇ ਮੰਗ ਕੀਤੀ ਵੀ ਮੈਨੂੰ ਭੁੱਖ ਬੜੀ ਲੱਗੀ ਆ, ਮੈਨੂੰ ਭੋਜਨ ਪ੍ਰਸ਼ਾਦਾ ਛਕਾ। ਕਹਿੰਦੀ ਪਹਿਲੇ ਸਾਧੂ ਨੇ 2 ਪ੍ਰਸ਼ਾਦੇ ਉਸ ਸਾਧੂ ਨੂੰ, ਜੋ ਭਗਵਾਨ ਜੀ ਪਰਮੇਸ਼ਰ ਆਪ ਰੂਪ ਬਦਲ ਕੇ ਆਏ ਸੀ, ਉਹਨਾਂ ਨੂੰ ਦੇ ਕੇ ਇੱਕ ਆਪਣੇ ਵਾਸਤੇ ਰੱਖ ਲਿਆ। ਭਗਵਾਨ ਨੇ ਸਾਧੂ ਦੇ ਰੂਪ ਵਿੱਚ ਉਹ ਦੋਵੇਂ ਪ੍ਰਸ਼ਾਦੇ ਛਕ ਕੇ ਤੀਜੇ ਦੀ ਮੰਗ ਕਰ ਲਈ। ਕਹਿੰਦੇ ਵੀ ਤੀਜਾ ਵੀ ਦੇ ਦੇ, ਮੈਨੂੰ ਭੁੱਖ ਹਾਲੇ ਹੋਰ ਲੱਗੀ ਆ। ਕਹਿੰਦੇ ਪਹਿਲੇ ਮਹਾਤਮਾ ਨੇ ਬਚਨ ਕੀਤਾ, ਕਹਿੰਦਾ ਮੈਂ ਤੈਨੂੰ 2 ਦੇਤੇ, ਤੂੰ 2 ਖਾ ਕੇ ਤੁਰਦਾ ਬਣ, ਜੇ ਤੀਜਾ ਵੀ ਤੈਨੂੰ ਦੇ ਦਿੱਤਾ ਤੇ ਕਹਿੰਦਾ ਮੈਂ ਕੀ ਸਵਾਹ ਖਾਊਂਗਾ। ਕਹਿੰਦੇ ਭਗਵਾਨ ਜੀ ਨੇ ਉਸੇ ਵੇਲੇ ਆਖਿਆ ਤਥਾਸਤੂ, ਹੁਣ ਤੂੰ ਅੱਜ ਤੋਂ ਬਾਅਦ ਸਵਾਹ ਹੀ ਖਾਇਆ ਕਰੇਗਾ। ਕਹਿੰਦੇ ਇਸੇ ਤਰ੍ਹਾਂ ਦੂਜੇ ਮਹਾਤਮਾ ਕੋਲ ਚਲੇ ਗਏ। ਉੱਥੇ ਜਾ ਕੇ ਭਗਵਾਨ ਨੇ ਪ੍ਰਸ਼ਾਦੇ ਦੀ ਮੰਗ ਕੀਤੀ।
ਉਹਨੇ ਵੀ 2 ਪ੍ਰਸ਼ਾਦੇ ਦੇ ਦਿੱਤੇ। ਭਗਵਾਨ ਜੀ ਕਹਿੰਦੇ ਤੀਜਾ ਵੀ ਦੇ ਦੇ, ਭੁੱਖ ਬੜੀ ਲੱਗੀ ਆ। ਤੇ ਉਹ ਮਹਾਤਮਾ ਨੇ ਵੀ ਆਖਿਆ ਵੀ ਇੱਕ ਮੈਂ ਛਕ ਲਵਾਂਗਾ, ਚੱਲ ਦੋਏ ਨੂੰ ਦੇਤੇ ਤਾਂ ਲਾਲਚੀ ਕਰੀ ਜਾਂਦਾ। ਕਹਿੰਦਾ ਸਾਦਾ ਤੁਰਦਾ ਲੱਗ, ਤੀਜਾ ਨਹੀਂ ਮੈਂ ਦੇਣਾ, ਜੇ ਤੈਨੂੰ ਦੇਤਾ ਤੇ ਮੈਂ ਕੀ ਹੋਣਾ। ਕਹਿੰਦੇ ਇੱਥੇ ਮੇਰੇ ਕੋਲੇ ਖਾਣ ਨੂੰ ਕੀ ਹੈ, ਸਾਹਮਣੇ ਧੂਣਾ ਲੱਗਿਆ, ਕੋਲੇ ਹੀ ਹੈ, ਮੈਂ ਹੁਣ ਅੱਗ ਖਾਊਂਗਾ, ਕੋਲੇ ਖਾਊਂਗਾ। ਭਗਵਾਨ ਜੀ ਕਹਿੰਦੇ ਤਥਾਸਤੂ, ਅੱਜ ਤੋਂ ਬਾਅਦ ਕੋਲੇ ਹੀ ਖਾਇਆ ਕਰੇਗਾ। ਇਉਂ ਤੀਜੇ ਮਹਾਤਮਾ ਕੋਲ ਗਏ, ਉਹਨੂੰ ਕਹਿੰਦੇ ਵੀ ਭੋਜਨ ਪ੍ਰਸ਼ਾਦਾ, ਉਹਨੇ 2 ਪ੍ਰਸ਼ਾਦੇ ਦੇ ਦਿੱਤੇ। ਜਦੋਂ ਭਗਵਾਨ ਨੇ ਤੀਜਾ ਵੀ ਮੰਗ ਲਿਆ, ਕਹਿੰਦਾ ਵੀ ਤੂੰ ਕਹਿੰਦਾ 2 ਛਕ ਲਏ ਐ, ਹੁਣ ਤੀਜਾ ਵੀ ਤੈਨੂੰ ਦੇ ਦਿਆਂ ਤੇ ਮੈਂ ਭੁੱਖਾ ਮਰੂੰਗਾ। ਭਗਵਾਨ ਜੀ ਕਹਿੰਦੇ ਤਥਾਸਤੂ, ਕਹਿੰਦੇ ਤੂੰ ਹੁਣ ਭੁੱਖਾ ਤੇ ਹੀ ਰਿਹਾ ਕਰੇਂਗਾ, ਭੁੱਖਾ ਤੇ ਹੀ ਮਰੇਗਾ। ਇਉਂ ਤਿੰਨਾਂ ਨੂੰ ਬਚਨ ਕਰਕੇ ਰਾਜਾ ਸਾਹਿਬ ਜਦੋਂ ਤੁਹਾਡੇ ਕੋਲ ਚੌਥਿਆਂ ਕੋਲ ਪਹੁੰਚੇ ਨਾ, ਤੁਸੀਂ ਕਹਿੰਦੇ ਭਾਵਨਾ ਨਾਲ 3 ਪ੍ਰਸ਼ਾਦੇ ਭਗਵਾਨ ਜੀ ਦੇ ਅੱਗੇ ਰੱਖ ਦਿੱਤੇ ਵੀ ਚਲੋ ਕੋਈ ਸਾਧੂ ਮਹਾਤਮਾ ਅਤਿਥੀ ਆਇਆ ਤੇ ਇਸ ਕਰਕੇ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ। 3 ਪ੍ਰਸ਼ਾਦੇ ਭਗਵਾਨ ਜੀ ਛਕ ਕੇ ਬੜੇ ਪ੍ਰਸੰਨ ਹੋਏ ਤੇ ਨਾਲ ਆਖਿਆ ਵੀ ਤੂੰ ਆਪਣੇ ਵਾਸਤੇ ਨਹੀਂ ਰੱਖਿਆ, ਤੂੰ ਨਹੀਂ ਕੁਝ ਖਾਣਾ। ਕਹਿੰਦੇ ਤੁਸੀਂ ਭਾਵਨਾ ਨਾਲ ਆਖਿਆ ਜੀ ਤੁਸੀਂ ਸਾਡੇ ਮਹਿਮਾਨ ਹੋ, ਤੁਹਾਡੀ ਸੇਵਾ ਕਰਨਾ ਸਾਡਾ ਫਰਜ਼ ਬਣਦਾ, ਚਲੋ ਸਾਡੇ ਵਾਸਤੇ ਕੋਈ ਹੋਰ ਲੈ ਆਊਗਾ, ਰੋਜ਼ਾਨਾ ਛਕਦੇ ਹੀ ਅਸੀਂ, ਤਾਂ ਤੁਹਾਡੀ ਸੇਵਾ ਕਰਨਾ ਸਾਡਾ ਫਰਜ਼ ਬਣਦਾ ਹੈ। ਸੋ ਇਸ ਕਰਕੇ ਕਹਿੰਦੇ ਤੁਹਾਡੇ ਤੇ ਬੜੇ ਪ੍ਰਸੰਨ ਹੋਏ, ਕਹਿੰਦੇ ਤੁਹਾਨੂੰ ਅਸੀਂ ਰਾਜ ਭਾਗ ਬਖਸ਼ਾਂਗੇ। ਕਹਿੰਦੇ ਤੁਸੀਂ ਅੱਗੋਂ ਹੁਕਮ ਕਰ ਦਿੱਤਾ, ਬਚਨ ਕੀਤਾ, ਬੇਨਤੀ ਕੀਤੀ ਕਿ ਮਹਾਤਮਾ ਜੀ ਜੇ ਰਾਜ ਭਾਗ ਹਕੂਮਤ ਬਖਸ਼ਣ ਲੱਗੇ ਹੋ ਤੇ ਇਹੋ ਜਿਹੀ ਹਕੂਮਤ ਬਖਸ਼ਿਓ ਕਿ ਮੈਂ ਬਹੁਤ ਪੁੰਨ ਦਾਨ ਕਰਾਂ, ਮੇਰੇ ਰਾਜ ਵਿੱਚ ਕੋਈ ਭੁੱਖਾ ਨਾ ਰਹੇ। ਕਹਿੰਦੇ ਭਗਵਾਨ ਜੀ ਬਚਨ ਕਰ ਗਏ ਕਿ ਤੇਰੇ ਰਾਜ ਭਾਗ ਵਿੱਚ ਥਾਂ ਥਾਂ ਅੰਨ ਦੇ ਖੇਤਰ ਚੱਲਣਗੇ, ਭੰਡਾਰੇ ਲੰਗਰ ਚੱਲਣਗੇ, ਕੋਈ ਭੁੱਖਾ ਨਹੀਂ ਰਹੇਗਾ, ਤੁਹਾਡਾ ਬਹੁਤ ਜਸ ਫੈਲੇਗਾ। ਤੇ ਰਾਜਾ ਸਾਹਿਬ ਕਹਿੰਦੇ ਤੁਸੀਂ ਉਸ ਤੋਂ ਬਾਅਦ ਜਦੋਂ ਜਨਮ ਲਿਆ ਰਾਜੇ ਬਣ ਗਏ ਤੇ ਉਹਦਾ ਫਲ ਤੁਹਾਨੂੰ ਪ੍ਰਾਪਤ ਹੋਇਆ ਕਿ ਥਾਂ ਥਾਂ ਤੁਸੀਂ ਖੇਤਰ ਲਾਏ ਹੋਇਆ, ਅੰਨ ਦੇ ਭੋਜਨ ਪ੍ਰਸ਼ਾਦਾ ਲੰਗਰ ਵਰਤਾਉਂਦੇ ਹੋ ਤੇ ਤੁਹਾਨੂੰ ਬਹੁਤ ਵੱਡੇ ਰਾਜ ਭਾਗ ਦੀ ਪ੍ਰਾਪਤੀ ਉਹ ਭੋਜਨ ਪ੍ਰਸ਼ਾਦੇ 3 ਪ੍ਰਸ਼ਾਦੇ ਦਾਨ ਕਰਨੇ ਕਰਕੇ ਹੋਈ ਹੈ। ਤੇ ਰਾਜਾ ਕਹਿਣ ਲੱਗਾ ਵੀ ਫਿਰ ਤੈਨੂੰ ਕਾਹਦੀ ਪ੍ਰਾਪਤੀ ਹੋਈ, ਤੂੰ ਕਿਉਂ ਮੈਨੂੰ ਇਸ ਜਨਮ ਦੇ ਵਿੱਚ ਆ ਕੇ ਮਿਲ ਗਈ ਹੈ, ਤੈਨੂੰ ਜਦੋਂ ਇੰਨਾ ਸਭ ਕੁਝ ਪਿਛਲੇ ਜਨਮ ਦੀ ਵੀ ਗਿਆਤ ਹੈ। ਕਹਿੰਦੀ ਜੀ ਮੈਨੂੰ ਕਹਿੰਦੇ ਉਹ ਜਿਹੜਾ ਮੈਂ ਤੁਹਾਨੂੰ ਭੋਜਨ ਪ੍ਰਸ਼ਾਦਾ ਛਕਾਉਂਦੀ ਸੀ ਉਹਦਾ ਕਰਕੇ ਫਲ ਦੀ ਪ੍ਰਾਪਤੀ ਹੋਈ ਹੈ, ਸਾਧੂਆਂ ਦੀ ਸੇਵਾ ਕਰਕੇ। ਉਦੋਂ ਵੀ ਤੁਹਾਡੀ ਸੇਵਾ ਵਿੱਚ ਹਾਜ਼ਰ ਰਹੀ ਤੇ ਹੁਣ ਵੀ ਅਸੀਂ ਤੁਹਾਡੀ ਸੇਵਾ ਵਿੱਚ, ਮੇਰਾ ਪਿਤਾ ਤੁਹਾਡਾ ਰਾਜ ਪੁਰੋਹਿਤ ਹੈ ਤੇ ਮੈਂ ਵੀ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿੰਦੀ ਹਾਂ, ਇਸ ਕਰਕੇ ਮੈਨੂੰ ਪ੍ਰਾਪਤੀ ਹੋਈ ਹੈ। ਸੋ ਸਾਧ ਸੰਗਤ ਉਹ ਜਿਹੜਾ ਰਾਜਾ ਬਿਕਰਮਾਜੀਤ ਸੀ ਉਹਨੂੰ ਇਉਂ ਪਿਛਲੇ ਜਨਮ ਦੇ ਵਿੱਚ ਭੋਜਨ ਪ੍ਰਸ਼ਾਦਾ ਦਾਨ ਕਰਨੇ ਕਰਕੇ ਇੰਨੀ ਪ੍ਰਾਪਤੀ ਹੋਈ ਕਿ ਉਹਨੇ ਥਾਂ ਥਾਂ ਅੰਨ ਦੇ ਖੇਤਰ ਆਪਣੇ ਰਾਜ ਭਾਗ ਵਿੱਚ ਲਾਏ ਹੋਏ ਹੈ, ਥਾਂ ਥਾਂ ਦੇ ਉੱਤੇ ਉਹਦਾ ਬਹੁਤ ਜਸ ਵਡਿਆਈ ਫੈਲ ਰਹੀ ਹੈ। ਸਤਿਗੁਰ ਕੇ ਗੁਣ ਕਵਨ ਬਖਾਨੀ। ਪਰ ਸਤਿਗੁਰੂ ਜੀ ਦੀ ਮਹਿਮਾ ਕਿੰਨੀ ਫੈਲੀ ਹੋਈ ਹੈ। ਕਹਿੰਦੇ ਸਤਿਗੁਰੂ ਦੇ ਗੁਣਾਂ ਨੂੰ ਕੌਣ ਵਰਣਨ ਕਰ ਸਕਦਾ ਹੈ, ਔਰ ਸਤਿਗੁਰੂ ਦੇ ਗੁਣਾਂ ਨੂੰ ਜਿਹੜੇ ਕਵੀ ਜਨ ਵਰਣਨ ਕਰਦੇ ਹਨ। ਇੰਨੇ ਗੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਵਿੱਚ, ਸ਼ੇਸ਼ ਨਾਗ, ਸ਼ਾਰਦਾ ਦੇਵੀ ਆਦਿਕ ਸਤਿਗੁਰ ਦੇ ਗੁਣਾਂ ਨੂੰ ਦੇਖ ਕੇ ਸੰਕੋਚਦੇ ਰਹਿੰਦੇ ਹਨ। ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਨੇ ਮਾਨਵੀ ਸਰੀਰ ਵਿੱਚ, ਮਨੁੱਖਾ ਸਰੀਰ ਵਿੱਚ ਆ ਕੇ ਲੀਲਾ ਵਰਤਾਈ ਹੈ, ਕੌਤਕ ਵਰਤਾ ਰਹੇ ਹਨ। ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਦੇ ਵਿੱਚੋਂ ਕਹਿੰਦੇ ਮੈਂ ਕੁਛ ਕੀ ਵਰਣਨ ਕੀਤੀ ਆ, ਇੰਨੇ ਵੱਡੇ ਗ੍ਰੰਥ ਦੇ ਵਿੱਚ ਸਤਿਗੁਰੂ ਦੀ ਸਾਰੀ ਮਹਿਮਾ ਨੂੰ ਵਰਣਨ ਨਹੀਂ ਕਰ ਸਕਿਆ, ਕੁਝ ਕੁ ਗੁਣਾਂ ਦਾ ਸਤਿਗੁਰੂ ਦਿਆਂ ਦਾ ਵਰਣਨ ਕੀਤਾ ਮੈਂ। ਜਿਵੇਂ ਕਹਿੰਦੇ ਕੋਈ ਪਪੀਲਕਾ ਕੀੜੀ ਹੈ, ਉਹਨੂੰ ਮਿਸ਼ਰੀ ਦਾ ਗਿਰ ਨਾਮ ਪਹਾੜ ਦਾ, ਮਿਸ਼ਰੀ ਦਾ ਪਹਾੜ ਮਿਲ ਜਾਵੇ, ਕਹਿੰਦੇ ਉਹ ਜਿੰਨਾ ਕੁ ਆਪਣੇ ਮੂੰਹ ਦੇ ਨਾਲ ਖਾ ਸਕਦੀ ਹੈ, ਜਿੰਨਾ ਕੁ ਭਾਰ ਚੁੱਕ ਸਕਦੀ ਹੈ, ਉਹਨਾਂ ਕੀ ਵਰਣਨ ਕਰ ਸਕਦੀ ਹੈ ਵੀ ਮਿਸ਼ਰੀ ਦਾ ਪਹਾੜ ਇੰਨਾ ਕੁ ਮਿੱਠਾ ਹੈ ਜਾਂ ਇੰਨਾ ਕੁ ਵੱਡਾ ਮਿਸ਼ਰੀ ਦਾ ਪਹਾੜ ਹੁੰਦਾ, ਜੇ ਉਹਨੇ ਕਿਸੇ ਨੂੰ ਹੋਰ ਜਾ ਕੇ ਦੱਸਣਾ ਹੋਵੇ। ਹੁਣ ਜਿਹੜਾ ਸਾਰਾ ਮਿਸ਼ਰੀ ਦਾ ਪਹਾੜ ਇੱਕ ਕੀੜੀ ਤਾਂ ਨਹੀਂ ਵਰਣਨ ਕਰ ਸਕਦੀ ਨਾ। ਇਸੇ ਪ੍ਰਕਾਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮਹਿਮਾ, ਉਹਨਾਂ ਦਾ ਜਸ, ਉਹਨਾਂ ਦੀ ਵਡਿਆਈ ਕਹਿੰਦੇ ਮਿਸ਼ਰੀ ਦੇ ਪਹਾੜ ਤੋਂ ਲੈ। ਉਹਨੂੰ ਕਹਿੰਦੇ ਮੈਂ ਕਵੀ ਜਿਹੜਾ ਇੱਕ ਕੀੜੀ ਦੇ ਬਰਾਬਰ ਹੈ, ਕੀ ਬਿਆਨ ਕਰ ਸਕਦਾ। ਜਿੰਨਾ ਕੁ ਮੇਰੇ ਦਿਮਾਗ ਵਿੱਚ ਆਇਆ, ਜਿੰਨਾ ਕੁ ਮੇਰੀ ਬੁੱਧੀ ਨੇ ਕੰਮ ਕੀਤਾ, ਉਨੀ ਕੁ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਵਰਣਨ ਕਰ ਦਿੱਤਾ ਹੈ।
ਇਸ ਤੋਂ ਜ਼ਿਆਦਾ ਮੈਂ ਵਰਣਨ ਨਹੀਂ ਕਰ ਸਕਿਆ। ਇੰਨਾ ਵੱਡਾ ਗ੍ਰੰਥ ਵੀ ਦੇਖੋ ਭਾਈ ਸੰਤੋਖ ਸਿੰਘ ਜੀ ਨੇ 14 ਜਿਲਦਾਂ ਦੇ ਵਿੱਚ ਲਿਖ ਦਿੱਤਾ। ਸੋ ਸਾਧ ਸੰਗਤ ਜੀ, ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਇੰਨਾ ਲਿਖਣ ਤੋਂ ਬਾਅਦ ਵੀ ਕਹਿੰਦੇ ਮੈਂ ਸਾਰਾ ਨਹੀਂ ਲਿਖ ਸਕਿਆ। ਥੋੜੇ ਜਿਹੇ ਗੁਣੀ ਤੇਰੇ ਕਾਵਣ ਕਾਵਣ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸੋ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਕਵੀ ਸੰਤੋਖ